ਮੈਂ ਸ਼ਹੀਦ ਹੋਵਾਂਗਾ, ਤੂੰ ਖੁਦਕੁਸ਼ੀ ਕਰੇਂਗਾ। 31 ਅਗਸਤ 1995 ਨੂੰ ਸਿੱਖ ਜੁਝਾਰੂਆਂ ਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਸਕੱਤਰੇਤ 'ਚੋਂ ਬਾਹਰ ਆਉਂਦੇ ਨੂੰ ਮਨੁੱਖੀ ਬੰਬ ਦੀ ਤਕਨੀਕ ਦੇ ਜ਼ਰੀਏ ਬਰੂਦ ਨਾਲ ਉਡਾ ਦਿੱਤਾ ਸੀ। ਸਿੱਖ ਜੁਝਾਰੂਆਂ ਵੱਲੋਂ ਮਨੁੱਖੀ ਬੰਬ ਦੀ ਤਕਨੀਕ ਪਹਿਲੀ ਵਾਰ ਅਮਲ 'ਚ ਲਿਆਂਦੀ ਗਈ ਸੀ। ਅਜੋਕੇ ਸਿੱਖ ਇਤਿਹਾਸ ਅੰਦਰ ਪਹਿਲਾ ਮਨੁੱਖੀ ਬੰਬ ਬਣਨ ਦਾ ਜਸ ਖੱਟਣ ਵਾਲੇ ਸ਼ੇਰਦਿਲ ਨੌਜਵਾਨ ਭਾਈ ਦਿਲਾਵਰ ਸਿੰਘ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਨੇ ਆਪਣਾ ਕਾਰਜ ਪੂਰੀ ਸੂਰਮਤਾਈ ਤੇ ਨਿਪੁੰਨਤਾ ਨਾਲ ਨੇਪਰੇ ਚਾੜ੍ਹ ਕੇ ਸਿੱਖ ਕੌਮ ਦਾ ਸਿਰ ਗੌਰਵ ਨਾਲ ਉੱਚਾ ਕਰ ਦਿੱਤਾ ਸੀ। ਇਸ ਬੀਰਤਾ ਪੂਰਵਕ ਕਾਰਨਾਮੇ ਨਾਲ ਜਿੱਥੇ ਦੇਸ਼ ਵਿਦੇਸ਼ ਅੰਦਰ ਸਿੱਖ ਜਗਤ ਵਿੱਚ ਖੁਸ਼ੀ ਦਾ ਮਾਹੌਲ ਪਸਰ ਗਿਆ ਸੀ, ਉੱਥੇ ਭਾਰਤੀ ਹਾਕਮਾਂ ਤੇ ਜ਼ਾਲਮ ਪੁਲਿਸ ਅਫਸਰਾਂ ਦੇ ਘਰੀਂ ਮਾਤਮ ਛਾ ਗਿਆ ਸੀ। ਸੁਘੜ ਸਿਆਸੀ ਵਿਸ਼ਲੇਸ਼ਕਾਂ ਨੇ ਇਹ ਅਨੁਮਾਨ ਲਾ ਲਿਆ ਸੀ ਕਿ ਭਾਰਤੀ ਹਾਕਮ ਤੇ ਪੰਜਾਬ ਦੇ ਲਹੂ ਤਿਹਾਏ ਪੁਲਿਸ ਅਫਸਰ ਇਸ ਕਤਲ ਦਾ ਬਦਲਾ ਲੈਣ ਲਈ ਕੋਈ ਘਿਨਾਉਣਾ ਮੋੜਵਾਂ ਵਾਰ ਕਰਨ ਤੋਂ ਬਾਜ਼ ਨਹੀਂ ਆਉਣਗੇ। ਉਸ ਵੇਲੇ ਤੱਕ ਲਗਭਗ ਸਾਰੇ ਜੁਝਾਰੂ ਸਿੰਘ ਖਤਮ ਕਰ ਦਿੱਤੇ ਜਾਂ ਫੜ ਕੇ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਗਏ ਸਨ। ਪੁਲਿਸ ਨੇ ਉਹਨਾਂ ਦੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਉੱਤੇ ਵੀ ਜ਼ੁਲਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ, ਜਿਸ ਕਰਕੇ ਜਾਬਰ ਪੁਲਿਸ ਅਫਸਰਾਂ ਵੱਲੋਂ ਸਿੱਧੇ ਰੂਪ ਵਿੱਚ ਸਿੱਖ ਖਾੜਕੂਆਂ ਉੱਤੇ ਮੋੜਵਾਂ ਵਾਰ ਕਰਨ ਦੀ ਅਮਲੀ ਸੰਭਾਵਨਾ ਬਹੁਤ ਘੱਟ ਨਜ਼ਰ ਆਉਂਦੀ ਸੀ। 1992-93 ਤੋਂ ਬਾਅਦ ਪੰਜਾਬ ਪੁਲਿਸ ਲਈ ਜੇਕਰ ਕੋਈ ਸਿਰਦਰਦੀ ਬਣੀ ਹੋਈ ਸੀ ਤਾਂ ਉਹ ਮਨੁੱਖੀ ਅਧਿਕਾਰ ਜਥੇਬੰਦੀਆਂ ਦੇ ਆਗੂ ਸਨ, ਜਿਹੜੇ ਪਿਛਲੇ 6-7 ਸਾਲਾਂ ਤੋਂ ਪੁਲਿਸ ਵੱਲੋਂ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਤੇ ਗੈਰ ਮਨੁੱਖੀ ਢੰਗਾਂ ਨਾਲ ਕਤਲ ਕਰਨ ਦੀਆਂ ਵਾਰਦਾਤਾਂ ਬਾਰੇ ਠੋਸ ਤੱਥ ਤੇ ਸਬੂਤ ਇਕੱਠੇ ਕਰਨ ਦੇ ਕਾਰਜ ਵਿੱਚ ਦਲੇਰੀ ਤੇ ਸਿਦਕ ਦਿਲੀ ਨਾਲ ਜੁਟੇ ਹੋਏ ਸਨ ਅਤੇ ਇਹਨਾਂ ਤੱਥਾਂ ਦੇ ਆਧਾਰ ਤੇ ਇੱਕ ਪਾਸੇ ਭਾਰਤੀ ਅਦਾਲਤਾਂ ਕੋਲੋਂ ਨਿਆਂ ਹਾਸਲ ਕਰਨ ਲਈ ਸਾਰੇ ਕਾਨੂੰਨੀ ਹੀਲੇ ਅਜ਼ਮਾ ਰਹੇ ਸਨ, ਦੂਜੇ ਪਾਸੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੇ ਖੇਤਰ ਵਿੱਚ ਕਾਰਜਸ਼ੀਲ ਕੌਮਾਂਤਰੀ ਸੰਸਥਾਵਾਂ ਤੇ ਜਥੇਬੰਦੀਆਂ ਅਤੇ ਪੱਛਮੀ ਦੇਸ਼ਾਂ ਦੀਆਂ ਜਮਹੂਰੀ ਸਰਕਾਰਾਂ ਮੂਹਰੇ ਭਾਰਤੀ ਰਾਜ ਤੇ ਇਸ ਦੇ ਖੂਨੀ ਪੁਲਿਸ ਅਫਸਰਾਂ ਦੇ ਰਾਖਸ਼ੀ ਚਿਹਰੇ ਬੇਪਰਦ ਕਰ ਰਹੇ ਸਨ। ਪੰਜਾਬ ਪੁਲਿਸ ਦਾ ਮੁਖੀ KPS ਗਿੱਲ ਤੇ ਉਸ ਦੇ ਕੁਝ ਚਹੇਤੇ ਪੁਲਿਸ ਅਫਸਰ, ਜਿਨ੍ਹਾਂ ਉੱਤੇ ਅਨੇਕਾਂ ਸਿੱਖ ਨੌਜਵਾਨਾਂ ਨੂੰ ਕਤਲ ਕਰਕੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸਾੜ ਦੇਣ ਅਤੇ ਦਰਿਆਵਾਂ ਤੇ ਨਹਿਰਾਂ ਵਿੱਚ ਰੋੜ ਦੇਣ ਦੇ ਦੋਸ਼ ਲੱਗ ਰਹੇ ਸਨ, ਉਹ ਇਹਨਾਂ ਮਨੁੱਖੀ ਅਧਿਕਾਰ ਕਾਰਕੁਨਾਂ ਉੱਤੇ ਪੁੱਜ ਕੇ ਖਫਾ ਸਨ। ਉਹ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਨੰਗੇ ਧੜ ਲੜ ਰਹੇ ਇਹਨਾਂ ਯੋਧਿਆਂ ਉੱਤੇ ਝਪਟ ਮਾਰਨ ਲਈ ਢੁਕਵੇਂ ਮੌਕੇ ਦੀ ਤਾਕ ਵਿੱਚ ਸਨ। ਬੇਅੰਤ ਸਿੰਘ ਦੇ ਕਤਲ ਨੇ ਉਹਨਾਂ ਲਈ ਇਹ ਸਾਜ਼ਗਾਰ ਮੌਕਾ ਪੈਦਾ ਕਰ ਦਿੱਤਾ ਸੀ। ਭਾਈ ਜਸਵੰਤ ਸਿੰਘ ਖਾਲੜਾ ਦੇ ਸਾਥੀ ਬਲਵਿੰਦਰ ਸਿੰਘ ਝਬਾਲ, ਜੋ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਪ੍ਰੈਸ ਅੰਦਰ ਵੱਡੇ ਪੱਧਰ ਤੇ ਨਸ਼ਰ ਕਰਨ ਵਿੱਚ ਭਾਈ ਖਾਲੜਾ ਦਾ ਡਟਵਾਂ ਸਾਥ ਦੇਣ ਵਾਲੇ ਦਰਜਨ ਦੇ ਕਰੀਬ ਸਿਰੜੀ ਵਰਕਰਾਂ ਵਿੱਚ ਸ਼ਾਮਲ ਸੀ, ਨੇ ਦੱਸਿਆ ਕਿ 28 ਜੁਲਾਈ ਨੂੰ ਭਾਈ ਜਸਵੰਤ ਸਿੰਘ ਦੇ ਘਰ ਹੋਈ ਪ੍ਰੈਸ ਕਾਨਫਰੰਸ ਨੇ ਖਾਸ ਕਰਕੇ ਅਗਲੇ ਦਿਨ 29 ਜੁਲਾਈ ਦੀਆਂ ਅਖਬਾਰਾਂ ਦੀਆਂ ਸੁਰਖੀਆਂ ਨੇ ਦਾਗੀ ਪੁਲਿਸ ਅਫਸਰਾਂ ਅੰਦਰ ਡਰ ਤੇ ਘਬਰਾਹਟ ਪੈਦਾ ਕਰ ਦਿੱਤੀ ਸੀ। ਬਲਵਿੰਦਰ ਸਿੰਘ ਨੂੰ ਆਪਣੇ ਪੁਲਿਸ ਅੰਦਰਲੇ ਸੋਮਿਆਂ ਤੋਂ ਸੂਹ ਮਿਲ ਗਈ ਸੀ ਕਿ 29 ਜੁਲਾਈ ਦੇ ਅਖਬਾਰਾਂ ਵਿੱਚ ਛਪੀਆਂ ਖਬਰਾਂ ਪੜ੍ਹਦਿਆਂ ਹੀ ਅਜੀਤ ਸਿੰਘ ਸੰਧੂ ਦਾ ਗੁੱਸੇ ਵਿੱਚ ਲਹੂ ਖੌਲਣ ਲੱਗ ਪਿਆ ਸੀ। ਉਸਨੇ ਉਸੇ ਵੇਲੇ ਸੁਨੇਹੇ ਦੇ ਕੇ ਅਗਲੇ ਦਿਨ 30 ਜੁਲਾਈ ਨੂੰ ਸਾਰੇ ਜ਼ਿਲ੍ਹੇ ਦੇ ਉਪ ਪੁਲਿਸ ਕਪਤਾਨਾਂ ਭਾਵ DSP ਤੇ ਥਾਣਿਆਂ ਦੇ ਮੁਖੀਆਂ ਭਾਵ SHO ਦੀ ਹੰਗਾਮੀ ਮੀਟਿੰਗ ਸੱਦ ਲਈ ਸੀ। ਉਸ ਵੇਲੇ ਪੁਲਿਸ ਮਹਿਕਮੇ ਵਿੱਚ ਇਹ ਅਣਲਿਖਤੀ ਦਸਤੂਰ ਪ੍ਰਚਲਿਤ ਹੋ ਗਿਆ ਸੀ ਕਿ ਸਿੱਖ ਖਾੜਕੂ ਲਹਿਰ ਨੂੰ ਕੁਚਲਣ ਲਈ ਵੱਧ ਕਰੂਰਤਾ ਦਿਖਾਉਣ ਵਾਲੇ ਜ਼ਿਲ੍ਹਾ ਪੁਲਿਸ ਮੁਖੀਆਂ ਭਾਵ ਸੀਨੀਅਰ ਪੁਲਿਸ ਕਪਤਾਨਾਂ ਨੂੰ ਇਹ ਉਚੇਚੇ ਅਧਿਕਾਰ ਮਿਲ ਗਏ ਸਨ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਆਪਣੇ ਮਨਪਸੰਦ ਤੇ ਵਿਸ਼ਵਾਸ ਪਾਤਰ ਪੁਲਿਸ ਕਪਤਾਨਾਂ ਭਾਵ SPs
ਉਪ ਕਪਤਾਨਾਂ, ਥਾਣੇਦਾਰਾਂ ਤੇ ਹੋਰਨਾਂ ਹੇਠਲੇ ਪੱਧਰ ਦੇ ਪੁਲਿਸ ਕਰਮਚਾਰੀਆਂ ਨੂੰ ਬਿਨਾਂ ਰੋਕ-ਟੋਕ ਤੋਂ ਤੈਨਾਤ ਕਰ ਸਕਦੇ ਸਨ। ਜਦੋਂ ਇਹਨਾਂ ਸੀਨੀਅਰ ਪੁਲਿਸ ਕਪਤਾਨਾਂ ਦੀ ਬਦਲੀ ਕਿਸੇ ਹੋਰ ਜ਼ਿਲ੍ਹੇ ਵਿੱਚ ਹੋ ਜਾਂਦੀ ਸੀ ਤਾਂ ਉਹ ਆਪਣੇ ਇਹਨਾਂ ਚਹੇਤੇ ਕਰਿੰਦਿਆਂ ਜਾਂ ਦਰਿੰਦਿਆਂ ਦੀਆਂ ਬਦਲੀਆਂ ਕਰਵਾ ਕੇ ਉਹਨਾਂ ਨੂੰ ਆਪਣੇ ਨਾਲ ਹੀ ਲੈ ਜਾਇਆ ਕਰਦੇ ਸਨ। ਇਸ ਕਰਕੇ ਅਜੀਤ ਸਿੰਘ ਸੰਧੂ ਵੱਲੋਂ ਬੁਲਾਈ ਮੀਟਿੰਗ ਵਿੱਚ ਕੋਈ ਲੰਮੀ ਚੌੜੀ ਬਹਿਸ ਜਾਂ ਵਿਚਾਰ ਚਰਚਾ ਨਹੀਂ ਹੋਈ ਸੀ। ਸਾਰੇ ਉਸ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਤਤਪਰ ਸਨ। ਮੀਟਿੰਗ ਵਿੱਚ ਅਜੀਤ ਸਿੰਘ ਸੰਧੂ ਨੇ 2 ਹਰਫੀ ਗੱਲ ਹੀ ਕੀਤੀ ਸੀ ਕਿ ਹੁਣ ਪਾਣੀ ਗਲਾਂ ਤੱਕ ਪਹੁੰਚ ਗਿਆ, ਜਿਸ ਕਰਕੇ ਜਸਵੰਤ ਸਿੰਘ ਖਾਲੜਾ ਤੇ ਉਸ ਦੇ ਪ੍ਰਮੁੱਖ ਸਹਿਯੋਗੀਆਂ ਨੂੰ ਚੁੱਪ ਕਰਾਉਣਾ ਫੌਰੀ ਲੋੜ ਬਣ ਗਈ ਹੈ। ਸਾਰਿਆਂ ਨੂੰ ਆਪਣੇ ਅਫਸਰ ਦੀ ਗੱਲ ਸਮਝ ਪੈ ਗਈ ਸੀ। ਉਸੇ ਦਿਨ ਤੋਂ ਭਾਈ ਖਾਲੜਾ ਤੇ ਉਸ ਦੇ ਪ੍ਰਮੁੱਖ ਸਹਿਯੋਗੀਆਂ ਦੀ ਕਰੜੀ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ। ਭਾਈ ਖਾਲੜਾ ਦਾ ਖਾਸ ਤੌਰ ਤੇ ਲਗਾਤਾਰ ਪਿੱਛਾ ਕੀਤਾ ਜਾਣ ਲੱਗ ਪਿਆ ਸੀ। ਪੁਲਿਸ ਨੇ ਗੁਪਤ ਢੰਗ ਨਾਲ ਉਸ ਦੇ ਘਰ 8 ਕਬੀਰ ਪਾਰਕ ਦੀ ਰੈਕੀ ਕਰਨੀ ਸ਼ੁਰੂ ਕਰ ਦਿੱਤੀ ਸੀ। ਭਾਈ ਜਸਵੰਤ ਸਿੰਘ ਦੀ ਜਾਨ ਦੇ ਪਿਆਸੇ ਪੁਲਿਸ ਅਫਸਰ ਉਸ ਨੂੰ ਖਤਮ ਕਰਨ ਲਈ ਕਈ ਸਕੀਮਾਂ ਉੱਤੇ ਕੰਮ ਕਰ ਰਹੇ ਸਨ। ਉਹਨਾਂ ਦਾ ਯਤਨ ਸੀ ਕਿ ਉਸ ਨੂੰ ਜਿੱਥੇ ਵੀ ਅੜਿੱਕੇ ਆਉਂਦਾ ਦਬੋਚ ਲਿਆ ਜਾਵੇ। ਬਲਵਿੰਦਰ ਸਿੰਘ ਨੇ ਦੱਸਿਆ ਕਿ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਮੈਂ ਜਸਵੰਤ ਸਿੰਘ ਨੂੰ ਕਿਹਾ ਸੀ ਕਿ ਹੁਣ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਪੁਲਿਸ ਨੇ ਬੇਅੰਤ ਸਿੰਘ ਦੇ ਕਤਲ ਦੀ ਆੜ ਵਿੱਚ ਮੁੰਡੇ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਭਾਈ ਜਸਵੰਤ ਸਿੰਘ ਆਪਣੀ ਜ਼ਿੰਦਗੀ ਨੂੰ ਦਰਪੇਸ਼ ਇਸ ਖਤਰੇ ਤੋਂ ਬੇਖਬਰ ਨਹੀਂ ਸੀ। ਉਸ ਦੀ ਸੁਰੱਖਿਆ ਬਾਰੇ ਫਿਕਰਮੰਦ ਉਸ ਦੇ ਬਹੁਤ ਸਾਰੇ ਮਿੱਤਰਾਂ ਤੇ ਸ਼ੁਭ ਚਿੰਤਕਾਂ, ਜਿਨ੍ਹਾਂ ਵਿੱਚ ਜਸਟਿਸ ਅਜੀਤ ਸਿੰਘ ਬੈਂਸ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਤੋਂ ਲੈ ਕੇ ਸਰਦਾਰ ਜਸਪਾਲ ਸਿੰਘ ਢਿੱਲੋਂ ਤੱਕ ਕਿੰਨੀਆਂ ਹੀ ਨਾਮਵਰ ਹਸਤੀਆਂ ਸ਼ਾਮਲ ਸਨ, ਨੇ ਉਸ ਨੂੰ ਇਸ ਬਾਰੇ ਬਕਾਇਦਾ ਚੌਕਸ ਕਰ ਦਿੱਤਾ ਸੀ ਅਤੇ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਉਸ ਨੂੰ ਕੁਝ ਸਮੇਂ ਲਈ ਕਿਧਰੇ ਟਲ ਜਾਣ ਦਾ ਮਸ਼ਵਰਾ ਦਿੱਤਾ ਸੀ। ਪਰ ਜਸਵੰਤ ਸਿੰਘ ਦਾ ਹਰ ਕਿਸੇ ਨੂੰ ਇਹੋ ਜਵਾਬ ਹੁੰਦਾ ਸੀ ਕਿ ਜੇਕਰ ਇਹ ਜਾਨ ਕਿਸੇ ਮਾਨਵਵਾਦੀ ਕਾਰਜ ਦੇ ਲੇਖੇ ਲੱਗਦੀ ਹੈ ਤਾਂ ਇਸ ਤੋਂ ਵੱਧ ਸੁਭਾਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ, ਜਿਸ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਉਸਨੇ ਆਪਣੇ ਮਨ ਵਿੱਚੋਂ ਮੌਤ ਦਾ ਭੈ ਪੂਰੀ ਤਰ੍ਹਾਂ ਕੱਢ ਦਿੱਤਾ ਸੀ ਅਤੇ ਉਹ ਮਾਨਸਿਕ ਪੱਧਰ ਤੇ ਸ਼ਹਾਦਤ ਲਈ ਪੂਰਨ ਰੂਪ 'ਚ ਤਿਆਰ ਹੋ ਚੁੱਕਾ ਸੀ। ਉਸ ਦੇ ਮਨ ਨੂੰ ਇਹ ਗੱਲ ਜੱਚ ਗਈ ਲੱਗਦੀ ਸੀ ਕਿ ਪਿਛਲੇ 1 ਦਹਾਕੇ ਦੇ ਦੌਰਾਨ ਹਥਿਆਰਬੰਦ ਜੰਗ ਦੇ ਮੈਦਾਨ ਅੰਦਰ ਸੂਰਮਗਤੀ ਨਾਲ ਲੜਦੇ ਹੋਏ ਹਜ਼ਾਰਾਂ ਹੀ ਸਿੱਖ ਜੁਝਾਰੂਆਂ ਨੇ ਸ਼ਹਾਦਤ ਦੀਆਂ ਪ੍ਰੇਰਣਾਮਈ ਮਿਸਾਲਾਂ ਕਾਇਮ ਕਰਕੇ 18ਵੀਂ ਸਦੀ ਦੀਆਂ ਗੌਰਵਸ਼ਾਲੀ ਰਵਾਇਤਾਂ ਮੁੜ ਤਾਜ਼ਾ ਕਰ ਦਿੱਤੀਆਂ ਨੇ। ਪਰ ਸ਼ਹਾਦਤਾਂ ਦੀ ਇਹ ਕਹਾਣੀ ਓਨਾ ਚਿਰ ਮੁਕੰਮਲ ਨਹੀਂ ਹੁੰਦੀ ਜਿੰਨਾ ਚਿਰ ਜਬਰ ਦਾ ਸਬਰ ਨਾਲ ਅਤੇ ਕਰੂਰ ਹਿੰਸਾ ਦਾ ਕੋਮਲ ਅਹਿੰਸਾ ਨਾਲ ਟਾਕਰਾ ਕਰਕੇ ਭਾਈ ਮਨੀ ਸਿੰਘ ਤੇ ਭਾਈ ਤਾਰੂ ਸਿੰਘ ਦੀਆਂ ਦ੍ਰਿਸ਼ਟਾਂਤਯੋਗ ਸ਼ਹਾਦਤਾਂ ਦੀ ਯਾਦ ਇੱਕ ਵਾਰ ਫਿਰ ਤਾਜ਼ਾ ਨਹੀਂ ਕੀਤੀ ਜਾਂਦੀ। ਉਹ ਅਨੇਕਾਂ ਸਿੱਖ ਜੁਝਾਰੂਆਂ ਵੱਲੋਂ ਆਪਣੇ ਲਹੂ ਨਾਲ ਚਿੱਤਰੀ ਸ਼ਹਾਦਤ ਦੀ ਤਸਵੀਰ ਅੰਦਰ ਇੱਕ ਹੋਰ ਰੰਗ ਸ਼ਾਮਲ ਕਰਕੇ ਇਸ ਨੂੰ ਮੁਕੰਮਲ ਕਰਨਾ ਚਾਹੁੰਦਾ ਸੀ। ਉਹ ਆਪਣੇ ਆਪ ਨੂੰ ਇਸ ਭੂਮਿਕਾ ਵਿੱਚ ਚਿਤਵ ਰਿਹਾ ਸੀ। ਇਹ ਸੋਚ ਕੇ ਜਾਂ ਧਾਰ ਕੇ ਹੀ ਉਸਨੇ ਮਈ 1992 ਵਿੱਚ ਇੰਗਲੈਂਡ ਤੋਂ ਪੰਜਾਬ ਮੁੜਨ ਦਾ ਅਚਾਨਕ ਫੈਸਲਾ ਕੀਤਾ ਸੀ ਅਤੇ ਇਸੇ ਜਜ਼ਬੇ ਅਧੀਨ ਹੀ ਉਸਨੇ ਜੂਨ 1995 ਵਿੱਚ ਕੈਨੇਡਾ ਸਰਕਾਰ ਦੇ ਉੱਚ ਅਧਿਕਾਰੀਆਂ ਤੇ ਸੀਨੀਅਰ ਮੰਤਰੀਆਂ ਦੀ ਉਸ ਨੂੰ ਸਿਆਸੀ ਪਨਾਹ ਦੇਣ ਦੀ ਪੇਸ਼ਕਸ਼ ਨਿਮਰਤਾ ਨਾਲ ਠੁਕਰਾ ਦਿੱਤੀ ਸੀ। ਮਈ 1992 ਤੋਂ ਬਾਅਦ ਉਸ ਦਾ ਹਰ ਕਦਮ ਸੁਚੇਤ ਤੇ ਦ੍ਰਿੜ ਰੂਪ ਵਿੱਚ ਪੂਰੇ ਚਾਅ ਤੇ ਉਮਾਹ ਨਾਲ ਸ਼ਹਾਦਤ ਦੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ। 4 ਸਤੰਬਰ 1995 ਨੂੰ ਜਸਵੰਤ ਸਿੰਘ ਖਾਲੜਾ ਦੇ ਸਾਰਿਆਂ ਨਾਲੋਂ ਛੋਟੇ ਭਰਾ ਅਮਰਜੀਤ ਸਿੰਘ ਨੇ ਇੰਗਲੈਂਡ ਸਲੋ ਤੋਂ ਫੋਨ ਕਰਕੇ ਭਾਈ ਖਾਲੜਾ ਨਾਲ ਸਿੱਖਾਂ ਉੱਤੇ ਜ਼ਕਰੀਆ ਖਾਨ ਦੇ ਬਰਾਬਰ ਜ਼ੁਲਮ ਢਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੀ ਖੁਸ਼ੀ ਸਾਂਝੀ ਕੀਤੀ ਸੀ। ਪਰ ਅੱਗਿਓਂ ਜਸਵੰਤ ਸਿੰਘ ਨੇ
ਇਹ ਭਾਵਪੂਰਤ ਲਫ਼ਜ਼ ਕਹੇ ਸਨ ਕਿ ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਸੱਜਣਾ ਵੀ ਤੁਰ ਜਾਣਾ। ਮਾਪਿਆਂ ਨਾਲ ਆਖਰੀ ਵਾਰ ਦੀ ਮਿਲਣੀ। 5 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਨੇ ਆਪਣੇ ਪਿੰਡ ਗੇੜਾ ਮਾਰਨ ਦਾ ਪ੍ਰੋਗਰਾਮ ਬਣਾਇਆ। ਉਸ ਦੇ ਮਨ ਅੰਦਰ ਆਪਣੇ ਮਾਪਿਆਂ ਨੂੰ ਮਿਲਣ ਦੀ ਤੀਬਰ ਇੱਛਾ ਜਾਗ ਉੱਠੀ ਸੀ। ਉਸ ਦੇ ਇੱਕ ਸਾਥੀ ਸਤਨਾਮ ਸਿੰਘ ਅਮੀਸ਼ਾ ਨੂੰ ਪਤਾ ਲੱਗਾ ਤਾਂ ਉਹ ਵੀ ਕਾਰ ਵਿੱਚ ਨਾਲ ਬੈਠ ਗਿਆ ਸੀ। ਖਾਲੜੇ ਜਾ ਕੇ ਉਹ ਸਿੱਧੇ ਜਸਵੰਤ ਸਿੰਘ ਦੇ ਘਰ ਚਲੇ ਗਏ। ਘਰ ਜਾ ਕੇ ਮਾਤਾ ਪਿਤਾ ਨੂੰ ਮਿਲੇ, ਚਾਹ ਪਾਣੀ ਪੀਤਾ ਤੇ ਕੁਝ ਚਿਰ ਗੱਲਾਂ ਬਾਤਾਂ ਕਰਨ ਤੋਂ ਬਾਅਦ ਜਸਵੰਤ ਸਿੰਘ ਨੇ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਦੀ ਇੱਛਾ ਜਤਾਈ। ਬਾਪੂ ਜੀ ਨੇ ਜਸਵੰਤ ਸਿੰਘ ਨੂੰ ਰਸਤੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਇੱਕ ਜਾਣੂ ਪਰਿਵਾਰ ਵੱਲੋਂ ਕਰਵਾਏ ਜਾ ਰਹੇ ਸੁਖਮਣੀ ਸਾਹਿਬ ਦੇ ਪਾਠ ਵਿੱਚ ਉਸ ਦੀ ਜਗ੍ਹਾ ਹਾਜ਼ਰੀ ਭਰਨ ਲਈ ਕਿਹਾ। ਉਸ ਵੇਲੇ ਜਸਵੰਤ ਸਿੰਘ ਦੇ ਮਾਪਿਆਂ ਨੂੰ ਇਹ ਪਤਾ ਨਹੀਂ ਸੀ ਕਿ ਉਹਨਾਂ ਦੀ ਆਪਣੇ ਸੂਰਮੇ ਪੁੱਤਰ ਨਾਲ ਇਹ ਜੀਵਨ ਦੀ ਆਖਰੀ ਮੁਲਾਕਾਤ ਸੀ। ਜਸਵੰਤ ਸਿੰਘ ਤੇ ਸਤਨਾਮ ਸਿੰਘ ਦੋਵੇਂ ਘਰੋਂ ਸਿੱਧੇ ਗੁਰਦੁਆਰਾ ਸਾਹਿਬ ਗਏ ਅਤੇ ਮੱਥਾ ਟੇਕ ਕੇ ਸੰਗਤ ਵਿੱਚ ਜਾ ਬੈਠੇ। ਇੰਨੇ ਨੂੰ ਗੁਰਦੁਆਰਾ ਸਾਹਿਬ ਦੇ ਗੇਟ ਤੇ ਪੁਲਿਸ ਦੀ ਵਰਦੀ ਵਿੱਚ 3 ASI ਪ੍ਰਗਟ ਹੋਏ। ਉਹਨਾਂ ਨੇ ਜਸਵੰਤ ਸਿੰਘ ਨੂੰ ਸੁਨੇਹਾ ਭੇਜ ਕੇ ਬਾਹਰ ਆਉਣ ਲਈ ਕਿਹਾ। ਜਸਵੰਤ ਸਿੰਘ ਨੇ ਜਵਾਬ ਦਿੱਤਾ ਕਿ ਉਹ ਚੱਲਦੇ ਪਾਠ ਵਿੱਚੋਂ ਨਹੀਂ ਉੱਠੇਗਾ ਅਤੇ ਪਾਠ ਦੀ ਸਮਾਪਤੀ ਉਪਰੰਤ ਹੀ ਆਵੇਗਾ। ਪੁਲਿਸ ਵਾਲੇ ਬਾਹਰ ਖੜੇ ਉਡੀਕਦੇ ਰਹੇ। ਜਦੋਂ ਪਾਠ ਦੀ ਸਮਾਪਤੀ ਹੋਈ ਤਾਂ ਜਸਵੰਤ ਸਿੰਘ ਤੇ ਸਤਨਾਮ ਸਿੰਘ ਬਾਹਰ ਨਿਕਲ ਕੇ ਸਿੱਧੇ ਉਹਨਾਂ ਕੋਲ ਪਹੁੰਚੇ। ਉਹਨਾਂ ਕਿਹਾ ਕਿ ਥਾਣੇਦਾਰ ਸਾਹਿਬ ਨੇ ਜਸਵੰਤ ਸਿੰਘ ਨੂੰ ਕੋਈ ਜ਼ਰੂਰੀ ਗੱਲ ਕਰਨ ਲਈ ਥਾਣੇ ਬੁਲਾਇਆ। ਜਸਵੰਤ ਸਿੰਘ ਆਪਣੇ ਸਾਥੀ ਨਾਲ ਉੱਥੋਂ ਸਿੱਧਾ ਥਾਣੇ ਪਹੁੰਚ ਗਿਆ। ਸਤਨਾਮ ਸਿੰਘ ਦੇ ਦੱਸਣ ਅਨੁਸਾਰ ਜਦੋਂ ਥਾਣੇਦਾਰ ਗੁਰਦੀਪ ਸਿੰਘ, ਜਿਹਨੂੰ ਬੱਕਰਾ ਕਹਿੰਦੇ ਸਨ, ਨੇ ਜਸਵੰਤ ਸਿੰਘ ਨੂੰ ਦੇਖਿਆ ਤਾਂ ਉਸ ਦੀਆਂ ਅੱਖਾਂ ਇੰਨੀਆਂ ਲਾਲ ਹੋ ਗਈਆਂ ਸਨ ਜਿਵੇਂ ਉਹਨਾਂ ਵਿੱਚ ਲਹੂ ਉਤਰ ਆਇਆ ਹੋਵੇ। ਜਸਵੰਤ ਸਿੰਘ ਨੇ ਥਾਣੇਦਾਰ ਨੂੰ ਪੁੱਛਿਆ ਕਿ ਮੈਨੂੰ ਕਿਸ ਕੰਮ ਲਈ ਸੱਦਿਆ। ਥਾਣੇਦਾਰ ਨੇ ਘਬਰਾਹਟ ਵਿੱਚ ਥਿੜਕਵੀਂ ਆਵਾਜ਼ ਵਿੱਚ ਇੰਨੀ ਗੱਲ ਹੀ ਕਹੀ ਕਿ ਕੋਈ ਖਾਸ ਗੱਲ ਨਹੀਂ, ਮੈਂ ਤਾਂ ਇਹੋ ਕਹਿਣਾ ਸੀ ਕਿ ਗੁਰਦੁਆਰੇ ਵਿੱਚ ਕੋਈ ਤਕਰੀਰ ਨਾ ਕਰਨੀ, ਇਸ ਨਾਲ ਸਾਡੀ ਉੱਪਰੋਂ ਪੁੱਛਗਿੱਛ ਹੋ ਜਾਂਦੀ ਹੈ। ਜਸਵੰਤ ਸਿੰਘ ਨੇ ਹੱਸ ਕੇ ਜਵਾਬ ਦਿੱਤਾ ਕਿ ਉਸਨੇ ਜੇਕਰ ਤਕਰੀਰ ਕਰਨੀ ਹੋਈ ਤਾਂ ਪੰਜਾਬ ਦੇ ਹੋਰ ਬਹੁਤ ਸਾਰੇ ਪ੍ਰਸਿੱਧ ਗੁਰਦੁਆਰੇ ਨੇ, ਇੱਥੇ ਤਾਂ ਉਹ ਸਿਰਫ ਮੱਥਾ ਟੇਕਣ ਲਈ ਆਇਆ। ਬਸ ਇਸ ਤੋਂ ਵੱਧ ਹੋਰ ਗੱਲ ਨਹੀਂ ਸੀ ਹੋਈ। ਜਸਵੰਤ ਸਿੰਘ ਉੱਥੋਂ ਆਪਣੇ ਸਾਥੀ ਸਤਨਾਮ ਸਿੰਘ ਨਾਲ ਖੇਤਾਂ ਵਿੱਚ ਗੇੜਾ ਮਾਰਨ ਚਲਾ ਗਿਆ ਅਤੇ ਫਿਰ ਵਾਪਸ ਪਿੰਡ ਪਹੁੰਚ ਕੇ ਉਹ ਸਿੱਧੇ ਅੰਮ੍ਰਿਤਸਰ ਲਈ ਚੱਲ ਪਏ। ਬਾਅਦ ਵਿੱਚ ਜਾ ਕੇ ਪਤਾ ਲੱਗਾ ਕਿ ਅਸਲ ਵਿੱਚ ਅਜੀਤ ਸਿੰਘ ਸੰਧੂ ਨੇ DSP ਅਸ਼ੋਕ ਕੁਮਾਰ, ਜਿਹੜਾ ਉਸ ਵੇਲੇ ਭਿੱਖੀਵਿੰਡ ਤੈਨਾਤ ਸੀ, ਅਤੇ ਝਬਾਲ ਥਾਣੇ ਦੇ SHO ਸਤਨਾਮ ਸਿੰਘ ਨੂੰ ਕਿਹਾ ਹੋਇਆ ਸੀ ਕਿ ਜੇਕਰ ਜਸਵੰਤ ਸਿੰਘ ਖਾਲੜਾ ਕਦੇ ਆਪਣੇ ਪਿੰਡ ਵੱਲ ਆਇਆ ਤਾਂ ਉਸ ਨੂੰ ਰਸਤੇ ਵਿੱਚੋਂ ਦਾਅ ਲਾ ਕੇ ਅਗਵਾ ਕਰ ਲਿਆ ਜਾਵੇ। ਸ਼ਾਇਦ ਪੁਲਿਸ ਉਸ ਨੂੰ ਅੰਮ੍ਰਿਤਸਰ ਸ਼ਹਿਰ 'ਚੋਂ ਅਗਵਾ ਕਰਨ ਤੋਂ ਝਿਜਕਦੀ ਸੀ, ਕਿਉਂਕਿ ਸ਼ਹਿਰ ਵਿੱਚ ਵੱਧ ਰੌਲਾ ਪੈਣ ਦੀ ਸੰਭਾਵਨਾ ਸੀ। DSP ਅਸ਼ੋਕ ਕੁਮਾਰ ਨੇ ਖਾਲੜਾ ਥਾਣੇ ਦੇ ਥਾਣੇਦਾਰ ਗੁਰਦੀਪ ਸਿੰਘ ਬੱਕਰਾ ਨੂੰ ਉਚੇਚੀ ਹਦਾਇਤ ਕੀਤੀ ਹੋਈ ਸੀ ਕਿ ਜਸਵੰਤ ਸਿੰਘ ਖਾਲੜਾ ਜਦੋਂ ਵੀ ਪਿੰਡ ਆਇਆ ਤਾਂ ਮੈਨੂੰ ਉਸੇ ਵੇਲੇ ਫੋਨ ਕਰਕੇ ਸੂਚਨਾ ਦੇਣੀ। ਜਾਪਦਾ ਹੈ ਕਿ ਥਾਣੇਦਾਰ ਗੁਰਦੀਪ ਸਿੰਘ ਦੀ ਮੌਕੇ ਤੇ ਜਾ ਕੇ ਇਸ ਪਾਪ ਵਿੱਚ ਭਾਗੀਦਾਰ ਬਣਨ ਤੋਂ ਆਤਮਾ ਕੰਬ ਗਈ ਹੋਵੇਗੀ, ਜਿਸ ਕਰਕੇ ਉਸਨੇ ਆਪਣੇ ਅਫਸਰ DSP ਅਸ਼ੋਕ ਕੁਮਾਰ ਨੂੰ ਜਸਵੰਤ ਸਿੰਘ ਦੇ ਪਿੰਡ ਆਉਣ ਦੀ ਸੂਚਨਾ ਦੇਣ ਤੋਂ ਸੁਚੇਤ ਰੂਪ ਵਿੱਚ ਟਾਲਾ ਵੱਟ ਲਿਆ ਸੀ। ਸ਼ਾਇਦ ਆਪਣੇ ਇਸ ਇਖਲਾਕੀ ਸੰਕਟ ਦੀ ਵਜ੍ਹਾ ਕਰਕੇ ਹੀ ਉਸ ਕੋਲੋਂ ਜਸਵੰਤ ਸਿੰਘ ਖਾਲੜਾ ਨਾਲ ਸਹੀ ਢੰਗ ਨਾਲ ਗੱਲ ਨਹੀਂ ਹੋ ਸਕੀ ਸੀ। ਬਾਅਦ ਵਿੱਚ ਜਾ ਕੇ ਪਤਾ ਚੱਲਿਆ ਕਿ ਇਸ ਕੁਤਾਹੀ ਕਰਕੇ ਉਸ ਦੀ ਉੱਪਰਲੇ ਅਫਸਰਾਂ ਨੇ ਬਹੁਤ ਝਾੜ ਝੰਬ ਕੀਤੀ ਸੀ ਅਤੇ ਸਜ਼ਾ ਵਜੋਂ ਉਸ ਦੀ ਖਾਲੜੇ ਤੋਂ ਤੁਰੰਤ ਬਦਲੀ ਕਰ ਦਿੱਤੀ ਸੀ। ਇਸ ਤਰ੍ਹਾਂ ਉਸ ਦਿਨ ਭਾਈ ਜਸਵੰਤ ਸਿੰਘ ਖਾਲੜਾ ਥਾਣੇਦਾਰ ਦੀ ਮਿਹਰਬਾਨੀ ਕਰਕੇ ਸਿਰ ਤੇ ਮੰਡਰਾ ਰਹੀ ਮੌਤ ਦੇ ਪੰਜੇ ਤੋਂ ਬਚ ਕੇ ਨਿਕਲ ਗਿਆ ਸੀ।
ਪਰ ਮੌਤ ਉਸ ਦਾ ਡਾਇਣ ਵਾਂਗ ਪਿੱਛਾ ਕਰ ਰਹੀ ਸੀ ਅਤੇ ਉਸ ਤੋਂ ਥੋੜੇ ਘੰਟਿਆਂ ਬਾਅਦ ਕੁਲੈਣੀ ਡਾਇਣ ਨੇ ਸਿੱਖ ਕੌਮ ਦੇ ਅਮੋਲਕ ਹੀਰੇ ਨੂੰ ਕੌਮ ਕੋਲੋਂ ਖੋਹ ਕੇ ਹੀ ਦਮ ਲਿਆ ਸੀ। 6 ਸਤੰਬਰ ਦਾ ਮਨਹੂਸ ਦਿਨ। 6 ਸਤੰਬਰ 1995 ਦਾ ਦਿਨ ਆਮ ਵਾਂਗੂ ਹੀ ਚੜ੍ਹਿਆ ਸੀ। ਭਾਈ ਜਸਵੰਤ ਸਿੰਘ ਨੇ ਰੋਜ਼ ਵਾਂਗ ਆਪਣੇ ਦੋਨੋਂ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਕਰਨ ਵਿੱਚ ਆਪਣੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਦਾ ਹੱਥ ਵਟਾਇਆ ਸੀ। ਉਸ ਵੇਲੇ ਬੇਟੀ ਨਵਕਿਰਨ 10 ਸਾਲਾਂ ਦੀ ਤੇ ਬੇਟਾ ਜਨਮੀਤ ਸਿੰਘ ਜਾਪੀ 8 ਸਾਲਾਂ ਦੇ ਹੋ ਗਏ ਸਨ। ਬੱਚਿਆਂ ਨੂੰ ਸਕੂਲ ਭੇਜ ਕੇ ਬੀਬੀ ਪਰਮਜੀਤ ਕੌਰ ਆਪ ਵੀ ਕਾਹਲੀ ਵਿੱਚ ਤਿਆਰ ਹੋ ਕੇ ਰੋਜ਼ ਵਾਂਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਿਊਟੀ ਤੇ ਹਾਜ਼ਰ ਹੋਣ ਲਈ 9 ਵਜੇ ਘਰੋਂ ਪੈਦਲ ਚੱਲ ਪਈ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਉਸੇ ਵੇਲੇ ਪਾਣੀ ਵਾਲੀ ਟੂਟੀ ਨਾਲ ਪਾਈਪ ਜੋੜ ਕੇ ਘਰ ਦੇ ਗੇਟ ਦੇ ਬਾਹਰ ਖੜੀ ਕੀਤੀ ਆਪਣੀ ਕਾਰ ਟਾਟਾ ਮੋਬਾਈਲ ਪਿਕਅਪ ਧੋਣੀ ਸ਼ੁਰੂ ਕਰ ਦਿੱਤੀ ਸੀ। 9 ਵਜ ਕੇ ਮਸਾਂ 10 ਕੁ ਮਿੰਟ ਹੀ ਹੋਏ ਸਨ ਜਦੋਂ ਚਿੱਟੇ ਰੰਗ ਦੀ ਇੱਕ ਸੁਜ਼ੂਕੀ ਮਰੂਤੀ ਵੈਨ ਅਚਾਨਕ ਘਰ 8 ਕਬੀਰ ਪਾਰਕ ਦੇ ਸਾਹਮਣੇ ਆਣ ਖੜੀ ਹੋਈ। ਕੁਝ ਸਕਿੰਟਾਂ ਦੇ ਵਕਫੇ ਬਾਅਦ ਹੀ ਇੱਕ ਚਿੱਟੇ ਰੰਗ ਦੀ ਮਰੂਤੀ ਜਿਪਸੀ ਹੋਰ ਆ ਕੇ ਇੱਕਦਮ ਖੜੀ ਹੋ ਗਈ। ਇਸ ਤੋਂ ਪਹਿਲਾਂ ਕਿ ਭਾਈ ਜਸਵੰਤ ਸਿੰਘ ਨੂੰ ਕੋਈ ਸ਼ੱਕ ਹੁੰਦਾ, ਦੋਵਾਂ ਗੱਡੀਆਂ ਵਿੱਚੋਂ 5-6 ਬੰਦੇ ਫੁਰਤੀ ਨਾਲ ਛਾਲਾਂ ਮਾਰ ਕੇ ਬਾਹਰ ਨਿਕਲੇ ਅਤੇ ਇੱਕਦਮ ਜਸਵੰਤ ਸਿੰਘ ਉੱਤੇ ਝਪਟ ਪਏ। ਉਸ ਨੂੰ ਝਟਪਟ ਧੂ ਕੇ ਵੈਨ ਵਿੱਚ ਸੁੱਟ ਲਿਆ ਤੇ ਅੱਖ ਦੇ ਫੋਰੇ ਵਿੱਚ ਗੱਡੀਆਂ ਭਜਾ ਲੈ ਗਏ। ਬਾਅਦ ਵਿੱਚ ਸਾਹਮਣੇ ਆਏ ਤੱਥਾਂ ਤੋਂ ਪਤਾ ਲੱਗਿਆ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਲਿਜਾਣ ਵਾਲੇ ਕਾਤਲੀ ਗਰੋਹ ਵਿੱਚ ਹੇਠ ਲਿਖੇ 8 ਪੁਲਸੀਏ ਸ਼ਾਮਲ ਸਨ। ਅਸ਼ੋਕ ਕੁਮਾਰ ਉਸ ਸਮੇਂ ਭਿੱਖੀਵਿੰਡ ਵਿਖੇ ਡੀਐਸਪੀ, ਸੁਰਿੰਦਰਪਾਲ ਸਿੰਘ ਸਰਹਾਲੀ ਥਾਣੇ ਦਾ ਐਸਐਚਓ, ਸਤਨਾਮ ਸਿੰਘ ਝਬਾਲ ਥਾਣੇ ਦਾ ਐਸਐਚਓ, ਜਸਬੀਰ ਸਿੰਘ ਮਾਨੋਚਾਲ ਥਾਣੇ ਦਾ ਐਸਐਚਓ, ਪ੍ਰਿਥੀਪਾਲ ਸਿੰਘ ਮਾਨੋਚਾਲ ਥਾਣੇ ਦਾ ਹੌਲਦਾਰ, ਰਸ਼ਪਾਲ ਸਿੰਘ ਕੰਗ ਥਾਣੇ ਦਾ ਐਸਐਚਓ, ਸੁਰਿੰਦਰਪਾਲ ਸਿੰਘ ਐਸਪੀ ਤਰਨਤਾਰਨ, ਅਮਰਜੀਤ ਸਿੰਘ ਏਐਸਆਈ। ਬਾਅਦ ਵਿੱਚ ਸੀਬੀਆਈ ਨੇ ਸਾਰੇ ਮਾਮਲੇ ਦੀ ਪੜਤਾਲ ਕਰਨ ਉਪਰੰਤ ਜਸਵੰਤ ਸਿੰਘ ਖਾਲੜਾ ਦੇ ਇੱਕ ਕਰੀਬੀ ਸਹਿਯੋਗੀ ਰਾਜੀਵ ਸਿੰਘ ਰੰਧਾਵਾ ਦੇ ਇਸ ਬਿਆਨ ਨੂੰ ਸਹੀ ਮੰਨ ਲਿਆ ਸੀ ਕਿ ਜਿਸ ਵੇਲੇ ਜਸਵੰਤ ਸਿੰਘ ਬਾਹਰ ਆਪਣੀ ਕਾਰ ਧੋ ਰਿਹਾ ਸੀ, ਉਸ ਵੇਲੇ ਉਹ ਅੰਦਰ ਡਰਾਇੰਗ ਰੂਮ ਵਿੱਚ ਬੈਠਾ ਰੂਟੀਨ ਮੁਤਾਬਕ ਅਖਬਾਰ ਪੜ੍ਹ ਰਿਹਾ ਸੀ। ਉਹ ਗੇਟ ਉੱਤੇ ਹੋ ਰਹੀ ਖਿੱਚ ਧੂ ਦੀ ਆਵਾਜ਼ ਸੁਣ ਕੇ ਇੱਕਦਮ ਬਾਹਰ ਨਿਕਲ ਆਇਆ। ਉਦੋਂ ਤੱਕ ਭਾਈ ਖਾਲੜਾ ਨੂੰ ਵੈਨ ਵਿੱਚ ਸੁੱਟ ਲਿਆ ਗਿਆ ਸੀ। ਰਾਜੀਵ ਸਿੰਘ ਅੰਮ੍ਰਿਤਸਰ ਸ਼ਹਿਰ ਦਾ ਵਸਨੀਕ ਤੇ ਲੰਮੇ ਚਿਰ ਤੋਂ ਜਸਵੰਤ ਸਿੰਘ ਦਾ ਕਰੀਬੀ ਸਾਥੀ ਤੇ ਜਨਤਕ ਕਾਰਜਾਂ ਵਿੱਚ ਸਰਗਰਮ ਭਾਵ ਐਕਟਿਵਿਸਟ ਹੋਣ ਕਰਕੇ ਜ਼ਿਲ੍ਹੇ ਦੇ ਬਹੁਤ ਸਾਰੇ ਪੁਲਿਸ ਅਫਸਰਾਂ ਦਾ ਚਿਹਰਿਆਂ ਤੋਂ ਜਾਣੂ ਸੀ, ਜਿਸ ਕਰਕੇ ਉਸਨੇ ਕੁਝ ਪੁਲਿਸ ਅਫਸਰਾਂ ਨੂੰ ਝੱਟ ਪਛਾਣ ਲਿਆ ਸੀ। ਸਬੱਬ ਨਾਲ ਉਸੇ ਮੁਹੱਲੇ ਵਿੱਚ ਰਹਿੰਦਾ ਇੱਕ ਵਿਅਕਤੀ ਕਿਰਪਾਲ ਸਿੰਘ ਰੰਧਾਵਾ ਉਸ ਵੇਲੇ ਆਪਣੇ ਘਰ ਦੇ ਬਾਹਰ ਖੜਾ ਸੀ। ਉਸਨੇ ਸ਼ੱਕੀ ਜਾਪਦੇ ਬੰਦਿਆਂ ਨੂੰ ਭਾਈ ਜਸਵੰਤ ਸਿੰਘ ਨੂੰ ਜੱਫਾ ਮਾਰ ਕੇ ਵੈਨ ਵਿੱਚ ਸੁੱਟਦੇ ਹੋਏ ਦੇਖ ਲਿਆ ਸੀ, ਜਿਸ ਤੋਂ ਉਸਨੂੰ ਸ਼ੱਕ ਹੋ ਗਿਆ ਤੇ ਉਸਨੇ ਸਾਰੀ ਸਰਗਰਮੀ ਨੂੰ ਗਹਿਰੇ ਧਿਆਨ ਨਾਲ ਮਨ ਵਿੱਚ ਅੰਕਿਤ ਕਰ ਲਿਆ ਸੀ। ਇਸ ਤਰ੍ਹਾਂ ਭਾਈ ਜਸਵੰਤ ਸਿੰਘ ਨੂੰ ਘਰੋਂ ਅਗਵਾ ਕਰਕੇ ਲਿਜਾਣ ਦੀ ਵਾਰਦਾਤ ਨੂੰ ਅੱਖੀ ਵੇਖਣ ਵਾਲੇ 2 ਮੌਕੇ ਦੇ ਗਵਾਹ ਮਿਲ ਗਏ ਸਨ। ਇਸ ਵਾਰਦਾਤ ਦੀ ਖਬਰ ਪਲਾਂ ਵਿੱਚ ਹੀ ਆਲੇ ਦੁਆਲੇ ਫੈਲ ਗਈ ਸੀ। ਬੀਬੀ ਪਰਮਜੀਤ ਕੌਰ ਤੇ ਜਸਵੰਤ ਸਿੰਘ ਦੇ ਸਾਥੀਆਂ ਨੂੰ ਉਸੇ ਵੇਲੇ ਸੁਨੇਹੇ ਲੱਗ ਗਏ ਸਨ। ਬਲਵਿੰਦਰ ਸਿੰਘ ਝਬਾਲ ਉਸ ਦਿਨ ਸਵੇਰੇ ਚੰਡੀਗੜ੍ਹ ਹਾਈ ਕੋਰਟ ਵਿੱਚ ਤਰੀਕ ਤੇ ਪਹੁੰਚਣ ਲਈ ਅੰਮ੍ਰਿਤਸਰ ਤੋਂ ਚੱਲਿਆ ਸੀ। ਉਸਨੇ ਤੁਰੰਤ ਤੋਂ ਪਹਿਲਾਂ ਭਾਈ ਖਾਲੜਾ ਨੂੰ ਫੋਨ ਕਰਕੇ ਪੁੱਛਿਆ ਸੀ ਕਿ ਚੰਡੀਗੜ੍ਹ ਕੋਈ ਖਾਸ ਸੁਨੇਹਾ ਦੇਣਾ ਹੈ ਤਾਂ ਦੱਸੋ। ਭਾਈ ਖਾਲੜਾ ਨੇ ਕਿਹਾ ਸੀ ਕਿ ਐਡਵੋਕੇਟ ਨਵਕਿਰਨ ਸਿੰਘ ਕੋਲ ਪੁਲਿਸ ਤੋਂ ਮੇਰੀ ਜਾਨ ਨੂੰ ਖਤਰੇ ਬਾਰੇ ਹਾਈ ਕੋਰਟ ਵਿੱਚ ਪਾਉਣ ਲਈ ਰਿਟ ਪਟੀਸ਼ਨ ਤਿਆਰ ਕੀਤੀ ਪਈ ਹੈ। ਉਸ ਨੂੰ ਕਹਿਣਾ ਇਸ ਨੂੰ ਜਲਦੀ ਦਾਇਰ ਕਰ ਦੇਵੇ। ਭਾਈ ਜਸਵੰਤ ਸਿੰਘ ਦੀ ਜਾਨ ਨੂੰ ਖਤਰਾ ਦੇਖਦੇ ਹੋਏ
ਉਸਦੇ ਕੁਝ ਸਾਥੀਆਂ ਨੇ ਉਸਨੂੰ ਅਗਸਤ ਵਿੱਚ ਇਸ ਬਾਰੇ ਹਾਈ ਕੋਰਟ ਨੂੰ ਅਗਾਊਂ ਸੂਚਿਤ ਕਰਨ ਲਈ ਰਜ਼ਾਮੰਦ ਕਰ ਲਿਆ ਸੀ। ਇਸ ਬਾਰੇ ਐਡਵੋਕੇਟ ਨਵਕਿਰਨ ਸਿੰਘ ਨੇ ਪਟੀਸ਼ਨ ਤਿਆਰ ਕਰਕੇ ਰੱਖੀ ਹੋਈ ਸੀ ਅਤੇ ਜਸਵੰਤ ਸਿੰਘ ਇਸ ਮਕਸਦ ਲਈ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰੋਂ ਚੱਲ ਕੇ ਇੱਕ ਦਿਨ ਚੰਡੀਗੜ੍ਹ ਪਹੁੰਚ ਵੀ ਗਿਆ ਸੀ। ਪਰ ਮੌਕੇ ਤੇ ਜਾ ਕੇ ਉਸਨੇ ਇਹ ਪਟੀਸ਼ਨ ਪਾਉਣ ਤੋਂ ਮੁੜ ਇਨਕਾਰ ਕਰ ਦਿੱਤਾ ਸੀ। ਉਸਨੇ ਆਪਣੇ ਨੇੜਲੇ ਸਾਥੀਆਂ ਗੁਰਭੇਜ ਸਿੰਘ ਪਲਾਸੌਰ ਤੇ ਸਤਨਾਮ ਸਿੰਘ ਅਮੀਸ਼ਾਹ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਸਦਾ ਮਨ ਜ਼ਾਲਮ ਭਾਰਤੀ ਰਾਜ ਦੀ ਕਿਸੇ ਅਦਾਲਤ ਕੋਲੋਂ ਆਪਣੀ ਜਾਨ ਦੀ ਰੱਖਿਆ ਕਰਨ ਦੀ ਮੰਗ ਕਰਨ ਦੀ ਹਾਮੀ ਨਹੀਂ ਭਰਦਾ। ਉਹ ਆਪਣੇ ਹੱਥਾਂ ਨਾਲ ਅਦਾਲਤ ਨੂੰ ਇਹ ਲਿਖ ਕੇ ਨਹੀਂ ਦੇ ਸਕਦਾ ਕਿ ਮੇਰੀ ਜਾਨ ਬਚਾਈ ਜਾਵੇ। ਇਸ ਤਰ੍ਹਾਂ ਭਾਈ ਖਾਲੜਾ ਉਸ ਦਿਨ ਪਟੀਸ਼ਨ ਪਾਏ ਬਗੈਰ ਹੀ ਵਾਪਸ ਅੰਮ੍ਰਿਤਸਰ ਚਲਾ ਗਿਆ ਸੀ। ਪਰ ਤਿਆਰ ਕੀਤੀ ਪਟੀਸ਼ਨ ਐਡਵੋਕੇਟ ਨਵਕਿਰਨ ਸਿੰਘ ਕੋਲ ਹੀ ਸੁਰੱਖਿਅਤ ਪਈ ਰਹੀ ਸੀ। ਬਲਵਿੰਦਰ ਸਿੰਘ ਨੇ ਦੱਸਿਆ, ਮੈਂ ਸਿੱਧਾ ਹਾਈ ਕੋਰਟ ਨਵਕਿਰਨ ਸਿੰਘ ਕੋਲ ਪਹੁੰਚਿਆ। ਉਸ ਕੋਲ ਪਹਿਲਾਂ ਹੀ ਜਸਪਾਲ ਸਿੰਘ ਢਿੱਲੋਂ ਤੇ ਅਮਰੀਕ ਸਿੰਘ ਮੁਕਤਸਰ ਬੈਠੇ ਸਨ। ਉਹਨਾਂ ਨੇ ਦੱਸਿਆ ਕਿ ਅੱਜ ਸਵੇਰੇ 9:30 ਵਜੇ ਦੇ ਕਰੀਬ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵਾਲੇ ਘਰੋਂ ਚੁੱਕ ਕੇ ਲੈ ਗਏ ਨੇ। ਉਹਨਾਂ ਨੇ ਉੱਥੇ ਬੈਠੇ ਹੀ ਰਿਟ ਪਟੀਸ਼ਨਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਇਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਦੀ ਜਾਨ ਨੂੰ ਬਚਾਉਣ ਲਈ ਉਸ ਦੇ ਸਹਿਯੋਗੀਆਂ ਤੇ ਸ਼ੁਭ ਚਿੰਤਕਾਂ ਨੇ ਫੁਰਤੀ ਨਾਲ ਸਰਗਰਮੀਆਂ ਵਿੱਢ ਦਿੱਤੀਆਂ ਸਨ। ਉਹਨਾਂ ਨੇ ਕਾਨੂੰਨੀ ਚਾਰਾਜੋਈ ਦੇ ਨਾਲੋਂ ਨਾਲ ਉਸੇ ਵੇਲੇ ਸਿਆਸੀ ਉਪਰਾਲੇ ਜਟਾਉਣੇ ਵੀ ਸ਼ੁਰੂ ਕਰ ਦਿੱਤੇ ਸਨ। ਸਰਦਾਰ ਜਸਪਾਲ ਸਿੰਘ ਢਿੱਲੋਂ ਨੇ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ ਨਾਲ ਲੈ ਕੇ ਸਰਦਾਰ ਹਰਚਰਨ ਸਿੰਘ ਬਰਾੜ, ਜਿਹੜਾ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੋਇਆ ਸੀ, ਦਾ ਦਰਵਾਜ਼ਾ ਜਾ ਖੜਕਾਇਆ ਸੀ। ਪਰ ਉਸ ਵੇਲੇ ਕੇਂਦਰ ਸਰਕਾਰ ਦੀ ਸ਼ੈਅ ਉੱਤੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਨੂੰ ਇੰਨੇ ਵਸੀਹ ਅਧਿਕਾਰ ਮਿਲੇ ਹੋਏ ਸਨ ਕਿ ਉਹ ਕੇਂਦਰੀ ਹਾਕਮਾਂ ਦੇ ਇਸ਼ਾਰੇ ਤੋਂ ਬਿਨਾਂ ਪੰਜਾਬ ਦੇ ਸਿਆਸੀ ਲੀਡਰਾਂ ਦੀ ਘੱਟ ਹੀ ਪਰਵਾਹ ਕਰਦੇ ਸਨ। ਜਿਸ ਕਰਕੇ ਹਰਚਰਨ ਸਿੰਘ ਬਰਾੜ ਨੇ ਇਹ ਕਹਿੰਦਿਆਂ ਇੱਕ ਤਰ੍ਹਾਂ ਨਾਲ ਆਪਣੀ ਬੇਵਸੀ ਪ੍ਰਗਟਾ ਦਿੱਤੀ ਸੀ, ਤੁਸੀਂ ਲੇਟ ਹੋ ਗਏ ਹੋ। ਜਸਪਾਲ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਗੁੱਸੇ ਤੇ ਬੇਵਸੀ ਵਿੱਚ ਅਮਰੀਕ ਸਿੰਘ ਮੁਕਤਸਰ ਨੂੰ ਕਾਰ ਵਿੱਚ ਆਪਣੇ ਨਾਲ ਲੈ ਕੇ ਸਿੱਧਾ ਅਜੀਤ ਸਿੰਘ ਸੰਧੂ ਦੇ ਚੰਡੀਗੜ੍ਹ 18 ਸੈਕਟਰ ਵਾਲੇ ਘਰ ਚਲਾ ਗਿਆ ਸੀ। ਉਸਨੇ ਕਾਰ ਸੰਧੂ ਦੇ ਘਰ ਤੋਂ ਦੂਰ ਸੜਕ ਦੇ ਕਿਨਾਰੇ ਖੜੀ ਕੀਤੀ ਅਤੇ ਅਮਰੀਕ ਸਿੰਘ ਮੁਕਤਸਰ ਨੂੰ ਕਾਰ ਵਿੱਚ ਹੀ ਬੈਠੇ ਰਹਿਣ ਦੀ ਹਦਾਇਤ ਦੇ ਕੇ ਉਹ ਆਪ ਸੰਧੂ ਦੇ ਘਰ ਮੂਹਰੇ ਜਾ ਖੜਾ ਹੋਇਆ। ਉਸ ਨੂੰ ਇਹ ਦੇਖ ਕੇ ਭਾਰੀ ਹੈਰਾਨੀ ਹੋਈ ਕਿ ਉਸ ਵੇਲੇ ਅਜੀਤ ਸਿੰਘ ਸੰਧੂ ਦੇ ਘਰ ਵਿੱਚ ਅਖੰਡ ਪਾਠ ਦਾ ਪ੍ਰਵਾਹ ਚੱਲ ਰਿਹਾ ਸੀ। ਸ਼ਾਇਦ ਉਸਨੇ ਆਪਣੇ ਵਹਿਸ਼ੀ ਕਾਰੇ ਉੱਤੇ ਪਰਦਾ ਪਾਉਣ ਲਈ ਹੀ ਅਖੰਡ ਪਾਠ ਵਿੱਚ ਰੁੱਝੇ ਹੋਣ ਦਾ ਦਿਖਾਵਾ ਕਰਨ ਲਈ ਇਹ ਢੋਂਗ ਰਚਿਆ ਸੀ। ਜਸਪਾਲ ਸਿੰਘ ਢਿੱਲੋਂ ਨੂੰ ਜਦੋਂ ਗੇਟ ਤੇ ਖੜੇ ਪੁਲਿਸ ਵਾਲਿਆਂ ਨੇ ਅੰਦਰ ਜਾਣ ਤੋਂ ਰੋਕਣ ਦਾ ਯਤਨ ਕੀਤਾ ਤਾਂ ਉਸ ਦੀ ਉਹਨਾਂ ਨਾਲ ਤੂੰ ਮੈਂ ਹੋ ਗਈ। ਬਾਹਰ ਹੋ ਰਿਹਾ ਇਹ ਹੱਲਾ ਗੁੱਲਾ ਸੁਣ ਕੇ ਅਜੀਤ ਸਿੰਘ ਸੰਧੂ ਬਾਹਰ ਵਰਾਂਡੇ ਵਿੱਚ ਨਿਕਲ ਆਇਆ ਸੀ। ਜਸਪਾਲ ਸਿੰਘ ਢਿੱਲੋਂ ਨੇ ਉਸ ਨੂੰ ਦੂਰੋਂ ਹੀ ਆਪਣਾ ਨਾਂ ਦੱਸਿਆ ਅਤੇ ਨਾਲ ਹੀ ਠਾਹ ਕਰਦਾ ਇਹ ਸਵਾਲ ਕਰ ਦਿੱਤਾ ਕਿ ਖਾਲੜਾ ਦੱਸ ਕਿੱਥੇ ਰੱਖਿਆ ਹੋਇਆ ਹੈ। ਅਜੀਤ ਸਿੰਘ ਸੰਧੂ ਅਚਾਨਕ ਹੋਏ ਇਸ ਸਵਾਲ ਨੂੰ ਸੁਣ ਕੇ ਇੱਕ ਵਾਰ ਤਾਂ ਠਠੰਬਰ ਗਿਆ ਸੀ, ਪਰ ਛੇਤੀ ਹੀ ਸੰਭਲ ਕੇ ਉਸਨੇ ਕਾਹਲੀ ਨਾਲ ਇੱਕੋ ਹੀ ਵਾਕ ਬੋਲਿਆ ਕਿ ਸਾਨੂੰ ਖਾਲੜੇ ਦਾ ਕੋਈ ਪਤਾ ਨਹੀਂ। ਉਸ ਦੀ ਇਸ ਢੀਠਤਾਈ ਨੇ ਜਸਪਾਲ ਸਿੰਘ ਢਿੱਲੋਂ ਨੂੰ ਹੋਰ ਗੁੱਸਾ ਚਾੜ ਦਿੱਤਾ ਅਤੇ ਉਸਨੇ ਕੜਕਵੀਂ ਆਵਾਜ਼ ਵਿੱਚ ਕਿਹਾ, ਸੰਧੂ, ਮੈਂ ਖਾਲੜਾ ਤੇਰੇ ਹੱਡਾਂ ਵਿੱਚੋਂ ਕੱਢਣਾ ਹੈ। ਇਹ ਸ਼ਬਦੀ ਗੋਲਾ ਦਾਗ ਕੇ ਜਸਪਾਲ ਸਿੰਘ ਤੇਜ਼ ਕਦਮੀ ਨਾਲ ਵਾਪਸ ਆਪਣੀ ਕਾਰ ਵਿੱਚ ਜਾ ਬੈਠਾ ਸੀ ਅਤੇ ਫਿਰ ਪਲਾਂ ਵਿੱਚ ਹੀ ਉਸ ਦੀ ਕਾਰ ਉਸ ਨੂੰ ਘੂਰ ਰਹੀਆਂ ਪੁਲਿਸ ਦੀਆਂ ਨਜ਼ਰਾਂ ਤੋਂ ਓਹਲੇ ਹੋ ਗਈ ਸੀ। ਲੰਮੀ ਤੇ ਮੁਸ਼ਕਲਾਂ ਭਰੀ ਕਾਨੂੰਨੀ ਲੜਾਈ। 9 ਸਤੰਬਰ ਨੂੰ ਬੀਬੀ ਖਾਲੜਾ ਨੇ ਪੁਲਿਸ ਵੱਲੋਂ ਜਸਵੰਤ ਸਿੰਘ ਨੂੰ ਗੈਰ ਕਾਨੂੰਨੀ ਢੰਗ ਨਾਲ ਅਗਵਾ ਕਰਨ ਤੇ ਉਸ ਦੀ ਗੈਰ ਕਾਨੂੰਨੀ ਹਿਰਾਸਤ ਤੋਂ ਰਿਹਾਈ ਵਾਸਤੇ ਸੁਪਰੀਮ ਕੋਰਟ ਵਿੱਚ ਰਿਟ ਪਟੀਸ਼ਨ ਨੰਬਰ 497/1995 ਪਾ ਦਿੱਤੀ ਸੀ, ਜਿਸ ਵਿੱਚ ਅਜੀਤ ਸਿੰਘ ਸੰਧੂ ਨੂੰ ਸਿੱਧੇ ਰੂਪ ਵਿੱਚ ਦੋਸ਼ੀ ਨਾਮਜ਼ਦ ਕੀਤਾ ਗਿਆ ਸੀ।
ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਨੇ ਹਿੰਮਤ ਕਰਕੇ ਹਾਈ ਕੋਰਟ ਕੋਲੋਂ ਵਾਰੰਟ ਅਫਸਰ ਭੇਜ ਕੇ ਜਸਵੰਤ ਸਿੰਘ ਖਾਲੜਾ ਦੀ ਪੁਲਿਸ ਹਿਰਾਸਤ ਵਿੱਚ ਨਿਸ਼ਾਨਦੇਹੀ ਕਰਨ ਦਾ ਆਰਡਰ ਕਰਵਾ ਲਿਆ ਸੀ। ਵਾਰੰਟ ਅਫਸਰ ਨੇ ਝਬਾਲ ਤੇ ਸਰਹਾਲੀ ਦੇ ਥਾਣਿਆਂ ਵਿੱਚ ਛਾਪੇ ਮਾਰੇ, ਪਰ ਪੁਲਿਸ ਨੂੰ ਆਪਣੇ ਹਾਈ ਕੋਰਟ ਅੰਦਰਲੇ ਸੂਤਰਾਂ ਰਾਹੀਂ ਵਾਰੰਟ ਅਫਸਰ ਦੇ ਆਉਣ ਦੀ ਸੂਹ ਮਿਲ ਗਈ ਸੀ, ਜਿਸ ਕਰਕੇ ਵਾਰੰਟ ਅਫਸਰ ਨੂੰ ਖਾਲੀ ਹੱਥੀਂ ਵਾਪਸ ਮੁੜਨਾ ਪਿਆ ਸੀ। 15 ਨਵੰਬਰ 1995 ਨੂੰ ਸੁਪਰੀਮ ਕੋਰਟ ਨੇ CBI ਨੂੰ ਜਸਵੰਤ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ਦੀ ਅਤੇ ਨਾਲ ਹੀ ਖਾਲੜੇ ਵੱਲੋਂ ਅਣਪਛਾਤੀਆਂ ਤੇ ਲਵਾਰਸ ਕਹਿ ਕੇ ਸਾੜੀਆਂ ਲਾਸ਼ਾਂ ਬਾਰੇ ਜਾਰੀ ਕੀਤੀ ਰਿਪੋਰਟ ਵਿੱਚ ਲਾਏ ਦੋਸ਼ਾਂ ਬਾਰੇ ਵੀ ਜਾਂਚ ਪੜਤਾਲ ਕਰਨ ਦੇ ਆਦੇਸ਼ ਦਿੱਤੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਪੰਜਾਬ ਦੇ DGP ਸਮੇਤ ਸਭਨਾਂ ਸੰਬੰਧਿਤ ਪੁਲਿਸ ਅਫਸਰਾਂ, ਹੋਮ ਸਕੱਤਰ ਤੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਕਿ CBI ਨੂੰ ਹਰ ਲੋੜੀਂਦੀ ਮਦਦ ਮੁਹੱਈਆ ਕੀਤੀ ਜਾਵੇ। 30 ਅਕਤੂਬਰ 1996 ਨੂੰ CBI ਨੇ ਪਟਿਆਲਾ ਵਿਖੇ ਮੈਜਿਸਟ੍ਰੇਟ ਅੱਗੇ ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਦੇ 9 ਅਫਸਰਾਂ ਦੇ ਵਿਰੁੱਧ ਦੋਸ਼ ਪੱਤਰ ਦਾਖਲ ਕੀਤਾ, ਜਿਨ੍ਹਾਂ ਵਿੱਚ ਤਰਨਤਾਰਨ ਦੇ SSP ਸਮੇਤ 2 DSP, 4 SHO, 1 ASI ਤੇ 1 ਹੌਲਦਾਰ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਕਿ CBI ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨ ਤੋਂ ਬਿਨਾਂ ਹੀ ਆਪਣੀ ਜਾਂਚ ਮੁਕੰਮਲ ਕਰ ਲੈਣ ਦਾ ਦਾਅਵਾ ਕੀਤਾ ਸੀ। 12 ਦਸੰਬਰ 1996 ਨੂੰ ਸੁਪਰੀਮ ਕੋਰਟ ਨੇ CBI ਨੂੰ ਹਦਾਇਤ ਕੀਤੀ ਕਿ ਉਹ ਉਹਨਾਂ ਕੇਸਾਂ ਦੀ ਨਿਸ਼ਾਨਦੇਹੀ ਕਰੇ ਜਿਨ੍ਹਾਂ ਬਾਰੇ ਉਹ ਜਸਵੰਤ ਸਿੰਘ ਖਾਲੜਾ ਦੁਆਰਾ ਲਾਏ ਗਏ ਦੋਸ਼ਾਂ ਬਾਰੇ ਕੀਤੀ ਗਈ ਜਾਂਚ ਦੇ ਆਧਾਰ ਤੇ ਕੇਸ ਦਾਇਰ ਕਰਨ ਦੀ ਲੋੜ ਮਹਿਸੂਸ ਕਰਦੀ ਹੈ। 28 ਅਪ੍ਰੈਲ 1998 ਨੂੰ CBI ਦੇ ਮੈਜਿਸਟ੍ਰੇਟ ਪਟਿਆਲਾ ਨੇ ਮੁਕੱਦਮਾ ਸੈਸ਼ਨ ਜੱਜ ਦੀ ਕਚਹਿਰੀ ਦੇ ਸਪੁਰਦ ਕਰ ਦਿੱਤਾ ਸੀ। 22 ਜੁਲਾਈ 1998 ਨੂੰ ਦੋਸ਼ੀਆਂ ਉੱਤੇ ਹੇਠ ਲਿਖੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਹੋਏ। 302, 364, 120B ਅਤੇ 201 IPC। CBI ਨੇ ਭਾਈ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਣ ਅਤੇ ਅਖੀਰ ਵਿੱਚ ਜਾਨੋਂ ਖਤਮ ਕਰ ਦੇਣ ਦੇ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਬਚੜੇ ਨੂੰ ਗਵਾਹ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀ। 9 ਅਕਤੂਬਰ 2004 ਨੂੰ ਸੈਸ਼ਨ ਜੱਜ ਨੇ CBI ਨੂੰ ਕੁਲਦੀਪ ਸਿੰਘ ਨੂੰ ਗਵਾਹ ਬਣਾਉਣ ਲਈ ਹਦਾਇਤ ਜਾਰੀ ਕੀਤੀ। 20 ਅਗਸਤ 2004 ਨੂੰ ਹਾਈ ਕੋਰਟ ਨੇ ਮੁਕੱਦਮੇ ਦੀ ਕਾਰਵਾਈ ਨੂੰ ਬੇਵਜ੍ਹਾ ਲਮਕਾਏ ਜਾਣ ਦਾ ਤਿੱਖਾ ਨੋਟਿਸ ਲੈਂਦਿਆਂ ਸੈਸ਼ਨ ਕੋਰਟ ਨੂੰ 6 ਮਹੀਨਿਆਂ ਦੇ ਅੰਦਰ ਮੁਕੱਦਮਾ ਨਿਬੇੜਨ ਦੀ ਹਦਾਇਤ ਕੀਤੀ, ਪਰ ਉਸ ਤੋਂ ਬਾਅਦ ਵੀ ਸੈਸ਼ਨ ਕੋਰਟ ਨੇ ਮੁਕੱਦਮਾ ਨਿਬੇੜਨ ਵਿੱਚ 1.25 ਸਾਲ ਲਾ ਦਿੱਤਾ ਸੀ। 18 ਨਵੰਬਰ 2005 ਨੂੰ ਪਟਿਆਲਾ ਦੇ ਵਧੀਕ ਜੱਜ ਭੁਪਿੰਦਰ ਸਿੰਘ ਨੇ 9 ਵਿੱਚੋਂ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾ ਦਿੱਤੀਆਂ। ਸਿਰਫ 2 ਨੂੰ ਹੀ ਉਮਰ ਕੈਦ ਹੋਈ, ਕਿਉਂਕਿ ਬਾਕੀ 6 ਉੱਤੇ IPC ਦੀ ਧਾਰਾ 364 ਅਧੀਨ ਹੀ ਮੁਕੱਦਮਾ ਦਰਜ ਹੋਇਆ ਸੀ। ਉਹ ਇਸ ਕਾਨੂੰਨੀ ਉਕਾਈ ਦਾ ਲਾਭ ਲੈਣ ਵਿੱਚ ਸਫਲ ਹੋ ਗਏ। ਉਹਨਾਂ ਨੂੰ ਭਾਈ ਖਾਲੜਾ ਨੂੰ ਮਾਰਨ ਦੇ ਇਰਾਦੇ ਨਾਲ ਅਗਵਾ ਕਰਨ ਦੇ ਦੋਸ਼ ਵਿੱਚ ਸਿਰਫ 7 ਸਾਲਾਂ ਦੀ ਸਜ਼ਾ ਦਿੱਤੀ ਗਈ। ਇੱਕ ਦੋਸ਼ੀ DSP ਅਸ਼ੋਕ ਕੁਮਾਰ ਦੀ ਮੁਕੱਦਮੇ ਦਾ ਨਿਬੇੜਾ ਹੋਣ ਤੋਂ ਪਹਿਲਾਂ ਹੀ ਦਿਲ ਫੇਲ ਹੋ ਜਾਣ ਕਾਰਨ ਮੌਤ ਹੋ ਗਈ ਸੀ। 8 ਅਕਤੂਬਰ 2007 ਨੂੰ ਹਾਈ ਕੋਰਟ ਨੇ ਦੋਸ਼ੀਆਂ ਵੱਲੋਂ ਸਜ਼ਾਵਾਂ ਵਿਰੁੱਧ ਕੀਤੀ ਅਪੀਲ ਨਾ ਸਿਰਫ ਰੱਦ ਕਰ ਦਿੱਤੀ, ਸਗੋਂ 5 ਦੋਸ਼ੀਆਂ ਦੀ ਸਜ਼ਾ ਵਧਾ ਕੇ ਉਮਰ ਕੈਦ ਕਰ ਦਿੱਤੀ ਸੀ, ਪਰ 6ਵੇਂ ਦੋਸ਼ੀ ਨੂੰ ਬਰੀ ਕਰ ਦਿੱਤਾ ਸੀ। 4 ਨਵੰਬਰ 2011 ਨੂੰ ਸੁਪਰੀਮ ਕੋਰਟ ਨੇ 5 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਘਟਾਉਣ ਦੀ ਅਪੀਲ ਖਾਰਜ ਕਰ ਦਿੱਤੀ ਅਤੇ ਇਸ ਦੇ ਨਾਲ ਹੀ 16 ਸਾਲਾਂ ਤੱਕ ਚੱਲੀ ਅਦਾਲਤੀ ਕਾਰਵਾਈ ਦਾ ਅੰਤ ਹੋ ਗਿਆ ਸੀ। ਪਰ ਇਸ ਅਦਾਲਤੀ ਕਾਰਵਾਈ ਦੌਰਾਨ ਸਮਾਜ ਅੰਦਰ ਅਮਨ ਕਾਨੂੰਨ ਦੀ ਰਾਖੀ ਕਰਨ ਲਈ ਬਣੀਆਂ ਦੱਸੀਆਂ ਜਾਂਦੀਆਂ ਸੰਸਥਾਵਾਂ, ਪੁਲਿਸ ਤੰਤਰ, ਦੋਸ਼ਾਂ ਦੀ ਨਿਰਪੱਖ ਜਾਂਚ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਭਾਵ CBI,
ਅਤੇ ਨਿਆਂ ਦੇਣ ਵਾਲੀਆਂ ਰੱਬ ਦਾ ਰੂਪ ਸਮਝੀਆਂ ਤੇ ਕਹੀਆਂ ਜਾਂਦੀਆਂ ਅਦਾਲਤਾਂ ਦੇ ਅਸਲੀ ਚਿਹਰੇ ਪੂਰੀ ਤਰ੍ਹਾਂ ਬੇਨਕਾਬ ਹੋ ਗਏ। ਮੁਕੱਦਮੇ ਦੇ ਸਾਰੇ ਅਮਲ ਦੌਰਾਨ ਪੁਲਿਸ ਨੇ ਗਵਾਹਾਂ ਉੱਤੇ ਭਾਰੀ ਦਬਾਅ ਪਾਇਆ। ਉਹਨਾਂ ਨੂੰ ਧਮਕੀਆਂ ਦਿੱਤੀਆਂ, ਲਾਲਚ ਦਿੱਤੇ, ਉਹਨਾਂ ਉੱਤੇ ਝੂਠੇ ਦੋਸ਼ ਲਾ ਕੇ ਕੇਸ ਦਰਜ ਕੀਤੇ। ਭਾਈ ਖਾਲੜਾ ਨੂੰ ਪੁਲਿਸ ਵੱਲੋਂ ਘਰੋਂ ਅਗਵਾ ਕਰਨ ਦੇ ਦੋਨੋਂ ਚਸ਼ਮਦੀਦ ਗਵਾਹਾਂ ਨੂੰ ਪੁਲਿਸ ਨੇ ਗਵਾਹੀਆਂ ਦੇਣ ਤੋਂ ਰੋਕਣ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਕਿਰਪਾਲ ਸਿੰਘ ਰੰਧਾਵਾ ਉੱਤੇ ਬਲਾਤਕਾਰ ਦਾ ਝੂਠਾ ਕੇਸ ਪਾ ਦਿੱਤਾ ਸੀ ਅਤੇ ਰਾਜੀਵ ਸਿੰਘ ਰੰਧਾਵਾ ਨੂੰ ਦਿਨ ਦਿਹਾੜੇ ਬਾਜ਼ਾਰ 'ਚੋਂ ਅਗਵਾ ਕਰਕੇ ਉਸ ਉੱਤੇ ਤਸ਼ੱਦਦ ਕੀਤਾ ਗਿਆ। ਪੁਲਿਸ ਦੇ ਇਹਨਾਂ ਹੱਥਕੰਡਿਆਂ ਕਰਕੇ ਕੁਝ ਗਵਾਹ ਡਾਵਾਂਡੋਲ ਹੁੰਦੇ ਤੇ ਥਿੜਕਦੇ ਰਹੇ। ਇੱਕ ਅਹਿਮ ਗਵਾਹ ਕਿੱਕਰ ਸਿੰਘ ਐਨ ਮੌਕੇ ਤੇ ਜਾ ਕੇ ਧੋਖਾ ਦੇ ਗਿਆ, ਪਰ ਕਿਰਪਾਲ ਸਿੰਘ ਰੰਧਾਵਾ ਤੇ ਰਾਜੀਵ ਸਿੰਘ ਰੰਧਾਵਾ ਨੇ ਅਖੀਰ ਵਿੱਚ ਜਾ ਕੇ ਪੁਲਿਸ ਦੇ ਸਾਰੇ ਹੱਥਕੰਡਿਆਂ ਦੇ ਬਾਵਜੂਦ ਗਵਾਹੀਆਂ ਦੇ ਦਿੱਤੀਆਂ ਸਨ। ਇਹਨਾਂ ਗਵਾਹੀਆਂ ਕਰਕੇ ਹੀ ਭਾਈ ਖਾਲੜਾ ਨੂੰ ਅਗਵਾ ਕਰਨ ਦੇ ਦੋਸ਼ ਵਿੱਚ 6 ਦੋਸ਼ੀਆਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਸਨ, ਪਰ ਗਵਾਹਾਂ ਦੀ ਕਮਜ਼ੋਰੀ ਕਰਕੇ ਕੁਝ ਹਥਿਆਰੇ ਸੁੱਕੇ ਬਚ ਨਿਕਲੇ। CBI ਦੇ ਸਰਕਾਰੀ ਵਕੀਲਾਂ ਨੇ ਵੀ ਮੁਕੱਦਮੇ ਨੂੰ ਢਾਹ ਲਾਉਣ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਸੀ। ਗਵਾਹਾਂ ਉੱਤੇ ਦਬਾਅ ਪਾਉਣ ਤੋਂ ਇਲਾਵਾ ਪੁਲਿਸ ਨੇ ਸਾਰੇ ਸਮੇਂ ਦੌਰਾਨ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਬੇਦਿਲ ਕਰਨ ਦੇ ਮੰਤਵ ਨਾਲ ਲਗਾਤਾਰ ਤੰਗ ਪਰੇਸ਼ਾਨ ਕਰਨਾ ਜਾਰੀ ਰੱਖਿਆ। ਕਦੇ ਅਦਾਲਤਾਂ ਦੇ ਬਾਹਰ ਖੜੀਆਂ ਉਹਨਾਂ ਦੀਆਂ ਗੱਡੀਆਂ ਦੇ ਟਾਇਰ ਪੈਂਚਰ ਕੀਤੇ ਗਏ, ਕਦੇ ਨਾਕਿਆਂ ਉੱਤੇ ਬੇਵਜ੍ਹਾ ਘੰਟਿਆਂ ਬੱਧੀ ਰੋਕੀ ਰੱਖਿਆ ਤੇ ਕਦੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਪਰ ਇੰਨੀਆਂ ਵਿਪਰੀਤ ਭਾਵ ਐਡਵਰਸ ਹਾਲਤਾਂ ਦੇ ਬਾਵਜੂਦ ਜੇਕਰ ਫਿਰ ਵੀ ਅੰਤ ਵਿੱਚ ਦੋਸ਼ੀਆਂ ਨੂੰ ਜੇਲ੍ਹਾਂ ਦੀ ਹਵਾ ਖਾਣੀ ਪੈ ਗਈ ਤਾਂ ਇਸ ਦਾ ਸਿਹਰਾ ਪੀੜਤ ਧਿਰ ਦੇ ਵਕੀਲਾਂ ਸਰਦਾਰ ਰਾਜਵਿੰਦਰ ਸਿੰਘ ਬੈਂਸ ਤੇ ਬਰਜਿੰਦਰ ਸਿੰਘ ਸੋਢੀ ਅਤੇ ਭਾਈ ਜਸਵੰਤ ਸਿੰਘ ਖਾਲੜਾ ਦੇ ਵਫਾਦਾਰ ਸਾਥੀਆਂ ਦੇ ਸਿਰ ਵੱਜਦਾ ਹੈ। ਸਰਦਾਰ ਰਾਜਵਿੰਦਰ ਸਿੰਘ ਬੈਂਸ ਵੱਲੋਂ ਦਿਖਾਈ ਗਈ ਪੇਸ਼ਾਵਾਰਾਨਾ ਲਿਆਕਤ, ਅਡੋਲਤਾ ਤੇ ਅਣਥੱਕ ਘਾਲਣਾ ਦਾ ਇਸ ਜਿੱਤ ਵਿੱਚ ਖਾਸ ਤੌਰ ਤੇ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ ਭਾਈ ਜਸਵੰਤ ਸਿੰਘ ਦੇ ਸਾਥੀ ਵਰਕਰਾਂ ਨੇ ਆਪਣੇ ਮਹਿਬੂਬ ਆਗੂ ਦੇ ਪ੍ਰਤੀ ਪਿਆਰ ਤੇ ਵਫਾਦਾਰੀ ਦੇ ਜਜ਼ਬੇ ਤਹਿਤ ਜਿੰਨੀ ਬਹਾਦਰੀ ਤੇ ਸਿਦਕ ਦਿਲੀ ਦਿਖਾਈ, ਉਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਹਨਾਂ ਨੇ ਫਰਵਰੀ 1996 ਵਿੱਚ ਉਚੇਚੇ ਤੌਰ ਤੇ ਖਾਲੜਾ ਐਕਸ਼ਨ ਕਮੇਟੀ ਬਣਾ ਕੇ ਹਥਿਆਰਿਆਂ ਨੂੰ ਸਜ਼ਾਵਾਂ ਦਿਵਾਉਣ ਦਾ ਤਹੱਈਆ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਪਿੱਛੇ ਭੌਂ ਕੇ ਨਹੀਂ ਦੇਖਿਆ। ਉਹਨਾਂ ਲਗਾਤਾਰ 15 ਸਾਲਾਂ ਤੱਕ ਦਿਨ ਰਾਤ ਇੱਕ ਕਰੀ ਰੱਖਿਆ, ਜਿਸ ਸਦਕਾ ਭਾਈ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਦੀ ਚਰਚਾ ਪੰਜਾਬ ਦੇ ਦੂਰ ਦੁਰਾਡੇ ਪਿੰਡਾਂ ਦੇ ਗਰੀਬ ਲੋਕਾਂ ਤੋਂ ਲੈ ਕੇ ਦੇਸ਼ ਦੇ ਧਨਾੜ ਤੇ ਰਸੂਖਵਾਨ ਸਿੱਖਾਂ ਤੱਕ ਅਤੇ ਦੇਸ਼ਾਂ ਦੀਆਂ ਹੱਦਾਂ ਨੂੰ ਉਲੰਘ ਕੇ ਸਾਰੇ ਸੰਸਾਰ ਦੇ ਜਮਹੂਰੀਅਤ ਪਸੰਦ ਤੇ ਮਾਨਵਵਾਦੀ ਹਲਕਿਆਂ ਤੱਕ ਪਹੁੰਚ ਗਈ ਹੈ। ਇਸ ਸਾਰੇ ਅਰਸੇ ਦੌਰਾਨ ਭਾਈ ਜਸਵੰਤ ਸਿੰਘ ਦੇ ਬਜ਼ੁਰਗ ਮਾਪਿਆਂ ਵੱਲੋਂ ਮੁਕੱਦਮੇ ਦੀ ਪੈਰਵਾਈ ਕਰਨ ਵਾਲੇ ਵਰਕਰਾਂ ਨੂੰ ਲਗਾਤਾਰ ਦਿੱਤੇ ਜਾਂਦੇ ਰਹੇ ਅਸ਼ੀਰਵਾਦ ਤੇ ਹੌਸਲੇ ਨੇ ਉਹਨਾਂ ਦੇ ਜੋਸ਼ ਨੂੰ ਲਗਾਤਾਰ ਮਗਦਾ ਰੱਖਣ ਵਿੱਚ ਬੇਹੱਦ ਅਹਿਮ ਰੋਲ ਨਿਭਾਇਆ। ਭਾਈ ਖਾਲੜਾ ਦੇ ਕਾਤਲਾਂ ਨੂੰ ਸੁਣਾਈਆਂ ਗਈਆਂ ਸਜ਼ਾਵਾਂ ਦੀ ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਵੱਲੋਂ ਪੁਸ਼ਟੀ ਕਰ ਦੇਣ ਨਾਲ ਸਰਕਾਰ ਵੱਲੋਂ 15 ਸਾਲ ਤੱਕ ਲਗਾਤਾਰ ਬੋਲੇ ਜਾਂਦੇ ਰਹੇ ਝੂਠ ਨੰਗੇ ਹੋ ਗਏ। UNO ਦਾ ਦੁਨੀਆ ਵਿੱਚ ਸਰਕਾਰਾਂ ਵੱਲੋਂ ਲਾਪਤਾ ਕੀਤੇ ਗਏ ਬੰਦਿਆਂ ਬਾਰੇ ਜਾਂਚ ਕਰਨ ਲਈ ਇੱਕ ਵਰਕਿੰਗ ਗਰੁੱਪ ਭਾਵ ਵਰਕਿੰਗ ਗਰੁੱਪ ਔਨ ਐਨਫੋਰਸਡ ਐਂਡ ਇਨਵਲੰਟੀਅਰ ਡਿਸਅਪੀਅਰੈਂਸਿਸ ਕੰਮ ਕਰਦਾ ਹੈ, ਜਿਸ ਨੇ ਭਾਰਤ ਸਰਕਾਰ ਕੋਲੋਂ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਅਗਵਾ ਕਰਕੇ ਲਾਪਤਾ ਕੀਤੇ ਜਾਣ ਬਾਰੇ ਲਿਖਤੀ ਜਵਾਬ ਮੰਗਿਆ ਸੀ। ਭਾਰਤ ਸਰਕਾਰ ਨੇ ਇਸ ਦਾ ਹੇਠ ਲਿਖਿਆ ਜਵਾਬ ਦਿੱਤਾ ਸੀ। ਰਾਜ ਸਰਕਾਰ ਨੇ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ, ਨਾ ਉਸ ਨੂੰ ਰਾਜ ਦੇ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਤੋਂ ਭਾਰਤੀ ਹਾਕਮਾਂ ਦੀ ਨੈਤਿਕਤਾ ਦੀ ਅਸਲੀਅਤ
ਪ੍ਰਗਟ ਹੋ ਜਾਂਦੀ ਹੈ। ਭਾਈ ਖਾਲੜਾ ਦੀ ਸ਼ਹਾਦਤ ਦਾ ਰਹੱਸ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਮਾ ਰਾਏ ਦੇ ਵਸਨੀਕ ਕੁਲਵੰਤ ਸਿੰਘ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਜਸਵੰਤ ਸਿੰਘ ਨੂੰ 6 ਸਤੰਬਰ ਨੂੰ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਅਗਲੇ ਦਿਨ 7 ਸਤੰਬਰ ਨੂੰ ਝਬਾਲ ਥਾਣੇ ਦੀ ਹਵਾਲਾਤ ਵਿੱਚ ਬੰਦ ਕਰ ਦਿੱਤਾ ਸੀ। ਕੁਲਵੰਤ ਸਿੰਘ ਨੂੰ ਪੁਲਿਸ ਨੇ ਨਸ਼ਾ ਰੱਖਣ ਦੇ ਦੋਸ਼ ਹੇਠ 6 ਸਤੰਬਰ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਦਿਨ ਝਬਾਲ ਥਾਣੇ 'ਚ ਬੰਦ ਕਰ ਦਿੱਤਾ ਸੀ। ਅਗਲੇ ਦਿਨ 7 ਸਤੰਬਰ ਨੂੰ ਉੱਥੇ ਉਸ ਦਾ ਭਾਈ ਜਸਵੰਤ ਸਿੰਘ ਖਾਲੜਾ ਨਾਲ ਸਬੱਬੀ ਮੇਲ ਹੋ ਗਿਆ ਸੀ। ਕੁਲਵੰਤ ਸਿੰਘ ਦੀ ਇਹ ਗਵਾਹੀ ਪ੍ਰਮਾਣਿਕ ਮਾਲੂਮ ਹੁੰਦੀ ਹੈ ਕਿਉਂਕਿ ਉਹ ਆਪਣੇ ਇਸ ਬਿਰਤਾਂਤ ਉੱਤੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਲਗਾਤਾਰ ਅਡੋਲ ਡਟਿਆ ਰਿਹਾ ਸੀ। ਭਾਈ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਗੈਰ ਕਾਨੂੰਨੀ ਤੌਰ ਤੇ ਪੁਲਿਸ ਹਿਰਾਸਤ ਵਿੱਚ ਰੱਖੇ ਜਾਣ ਦੇ ਤੱਥ ਦੀ ਪੁਸ਼ਟੀ ਕਰਨ ਵਾਲਾ ਦੂਜਾ ਗਵਾਹ ਕੁਲਦੀਪ ਸਿੰਘ ਪਿੰਡ ਬਚੜੇ ਸੀ। ਉਸ ਦਾ ਸਮਾਜਿਕ ਪਿਛੋਕੜ ਕੋਈ ਬਹੁਤਾ ਚੰਗਾ ਨਹੀਂ ਸੀ। ਖਾੜਕੂ ਲਹਿਰ ਦੇ ਦੌਰਾਨ ਉਸ ਦਾ ਕਿਸੇ ਤਰੀਕੇ ਨਾਲ ਝਬਾਲ ਥਾਣੇ ਦੇ ਮੁਖੀ ਸਤਨਾਮ ਸਿੰਘ ਨਾਲ ਮੇਲ ਹੋ ਗਿਆ ਸੀ। ਸਤਨਾਮ ਸਿੰਘ ਅਜੀਤ ਸਿੰਘ ਸੰਧੂ ਦਾ ਖਾਸੋ ਖਾਸ ਬੰਦਾ ਸੀ। ਉਹ ਉਸ ਦੇ ਹਰ ਕੁਕਰਮ ਵਿੱਚ ਭਾਈਵਾਲ ਸੀ ਅਤੇ ਸਿੱਖ ਨੌਜਵਾਨਾਂ ਨੂੰ ਗੈਰ ਕਾਨੂੰਨੀ ਢੰਗਾਂ ਨਾਲ ਕਤਲ ਕਰਨ ਵਿੱਚ ਪੂਰਾ ਬਦਨਾਮ ਸੀ। ਹਕੂਮਤੀ ਦਹਿਸ਼ਤਗਰਦੀ ਦੇ ਉਸ ਕਾਲੇ ਦੌਰ ਵਿੱਚ ਪੁਲਿਸ ਵੱਲੋਂ ਖਾੜਕੂਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਉੱਤੇ ਜ਼ੁਲਮ ਢਾਉਣ ਦੇ ਵਹਿਸ਼ੀ ਕਾਰਿਆਂ ਵਿੱਚ ਪਿੰਡਾਂ ਦੇ ਬਦਚਲਣ ਕਿਸਮ ਦੇ ਵਿਅਕਤੀਆਂ ਦੀ ਮਦਦ ਲੈਣ ਦਾ ਵਰਤਾਰਾ ਆਮ ਪ੍ਰਚਲਿਤ ਹੋ ਗਿਆ ਸੀ। ਇਸ ਬਦਲੇ ਅਜਿਹੇ ਵਿਅਕਤੀਆਂ ਨੂੰ ਗੈਰ ਰਸਮੀ ਤੌਰ ਤੇ ਪੁਲਿਸ ਵਿੱਚ ਭਰਤੀ ਕਰ ਲਿਆ ਜਾਂਦਾ ਸੀ। ਉਹਨਾਂ ਨੂੰ ਸਪੈਸ਼ਲ ਪੁਲਿਸ ਅਫਸਰ ਭਾਵ ਐਸਪੀਓ ਦੇ ਅਹੁਦੇ ਨਾਲ ਨਵਾਜਿਆ ਜਾਂਦਾ ਸੀ। ਸੋ ਇਸ ਤਰੀਕੇ ਨਾਲ ਕੁਲਦੀਪ ਸਿੰਘ ਨੂੰ ਐਸਪੀਓ ਭਰਤੀ ਕਰਕੇ ਸਤਨਾਮ ਸਿੰਘ ਨੇ ਆਪਣਾ ਗਨਮੈਨ ਬਣਾ ਲਿਆ ਸੀ। ਜਦੋਂ ਅਜੀਤ ਸਿੰਘ ਸੰਧੂ ਦੀ ਬਦਲੀ ਰੋਪੜ ਦੀ ਹੋ ਗਈ ਸੀ ਤਾਂ ਕੁਲਦੀਪ ਸਿੰਘ ਵੀ ਸਤਨਾਮ ਸਿੰਘ ਦੇ ਨਾਲ ਹੀ ਰੋਪੜ ਚਲਾ ਗਿਆ ਸੀ ਅਤੇ ਫਿਰ ਬਾਅਦ ਵਿੱਚ ਇਹ ਸਾਰੀ ਟੋਲੀ ਤਰਨਤਾਰਨ ਜ਼ਿਲ੍ਹੇ ਵਿੱਚ ਹੀ ਵਾਪਸ ਆ ਗਈ ਸੀ। ਇਸੇ ਦੌਰਾਨ ਕੁਲਦੀਪ ਸਿੰਘ ਦੀ ਕਿਸੇ ਗੱਲੋਂ ਸਤਨਾਮ ਸਿੰਘ ਨਾਲ ਤਿੱਖੀ ਅਣਬਣ ਹੋ ਗਈ ਅਤੇ ਉਸਨੇ ਸਤਨਾਮ ਸਿੰਘ ਨਾਲ ਆਪਣੀ ਨਿੱਜੀ ਰੰਜਿਸ਼ ਵਿੱਚੋਂ ਹੀ ਖਾਲੜਾ ਕੇਸ ਵਿੱਚ ਉਸ ਦੇ ਵਿਰੁੱਧ ਗਵਾਹੀ ਦਿੱਤੀ ਸੀ। ਕੁਲਦੀਪ ਸਿੰਘ ਵੱਲੋਂ ਅਦਾਲਤ ਵਿੱਚ ਦਿੱਤੀ ਗਈ ਗਵਾਹੀ ਅਨੁਸਾਰ ਭਾਈ ਖਾਲੜੇ ਨੂੰ ਝਬਾਲ ਤੋਂ ਇਲਾਵਾ ਤਰਨਤਾਰਨ ਦੇ ਕਈ ਹੋਰ ਥਾਣਿਆਂ ਜਿਵੇਂ ਸਰਹਾਲੀ, ਮਾਨੋਚਾਲ ਤੇ ਕੰਗ ਪੁਲਿਸ ਚੌਂਕੀ ਆਦਿ ਵਿੱਚ ਰੱਖਿਆ ਗਿਆ ਸੀ। ਕੁਲਦੀਪ ਸਿੰਘ ਮੁਤਾਬਕ ਉਸ ਨੂੰ ਚੁੱਕਣ ਤੋਂ ਬਾਅਦ ਲਗਭਗ 48 ਦਿਨਾਂ ਤੱਕ ਅਲੱਗ-ਅਲੱਗ ਥਾਵਾਂ ਤੇ ਰੱਖ ਕੇ ਉਸ ਉੱਤੇ ਲਗਾਤਾਰ ਭਾਰੀ ਤਸ਼ੱਦਦ ਕੀਤਾ ਜਾਂਦਾ ਰਿਹਾ। ਇਸੇ ਦੌਰਾਨ ਇੱਕ ਦਿਨ ਭਾਈ ਖਾਲੜਾ ਨੂੰ ਪਿੰਡ ਮਾਨਾਵਾਲਾ ਵਿਖੇ ਅਜੀਤ ਸਿੰਘ ਸੰਧੂ ਦੀ ਕੋਠੀ ਵਿੱਚ KPS ਗਿੱਲ ਦੇ ਅੱਗੇ ਵੀ ਪੇਸ਼ ਕੀਤਾ ਗਿਆ ਸੀ। ਜਾਪਦਾ ਹੈ ਕਿ ਪੁਲਿਸ ਅਫਸਰਾਂ ਨੇ ਭਾਈ ਖਾਲੜਾ ਦਾ ਹੱਠ ਦੇਖ ਕੇ ਉਸੇ ਦਿਨ ਹੀ ਉਸ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਸੀ। ਕੁਲਦੀਪ ਸਿੰਘ ਦੇ ਦੱਸਣ ਅਨੁਸਾਰ ਭਾਈ ਖਾਲੜਾ ਨੂੰ 25 ਅਕਤੂਬਰ ਦੇ ਕਰੀਬ ਝਬਾਲ ਥਾਣੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅਤੇ ਲਾਸ਼ ਨੂੰ ਮਰੂਤੀ ਕਾਰ ਦੀ ਡਿੱਕੀ ਵਿੱਚ ਰੱਖ ਕੇ ਹਰੀਕੇ ਪੱਤਣ ਲਿਜਾ ਕੇ ਦਰਿਆ ਵਿੱਚ ਰੋੜ ਦਿੱਤਾ ਗਿਆ ਸੀ। ਇੱਕ ਹੋਰ ਗਵਾਹ ਕਿੱਕਰ ਸਿੰਘ ਨੇ CBI ਨੂੰ ਦੱਸਿਆ ਸੀ ਕਿ ਉਸਨੇ ਜਸਵੰਤ ਸਿੰਘ ਖਾਲੜਾ ਨੂੰ ਕੰਗ ਚੌਂਕੀ ਵਿੱਚ ਦੇਖਿਆ ਸੀ। ਕਿੱਕਰ ਸਿੰਘ ਨੂੰ ਖਾੜਕੂਆਂ ਨਾਲ ਸਬੰਧਾਂ ਦੇ ਦੋਸ਼ ਵਿੱਚ ਗ੍ਰਿਫਤਾਰ ਕਰਕੇ ਪਹਿਲਾਂ ਹੀ ਕੰਗ ਚੌਂਕੀ ਵਿੱਚ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਹੋਇਆ ਸੀ। ਬਾਅਦ ਵਿੱਚ ਜਾ ਕੇ ਕਿੱਕਰ ਸਿੰਘ ਸੈਸ਼ਨ ਜੱਜ ਮੂਹਰੇ ਗਵਾਹੀ ਦੇਣ ਤੋਂ ਭੱਜ ਨਿਕਲਿਆ ਸੀ। ਭਾਵੇਂ ਜਸਵੰਤ ਸਿੰਘ ਖਾਲੜਾ ਨੂੰ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖ ਕੇ ਕਤਲ ਕਰਨ ਦੇ ਦੋਸ਼ਾਂ ਤਹਿਤ 5 ਦੋਸ਼ੀ ਪੁਲਸੀਆਂ ਨੂੰ ਜਿਹੜੀ ਸਜ਼ਾ ਹੋਈ ਹੈ ਉਹ ਮੁੱਖ ਤੌਰ ਤੇ ਕੁਲਦੀਪ ਸਿੰਘ ਦੀ ਗਵਾਹੀ ਦੇ ਆਧਾਰ ਤੇ ਹੋਈ ਹੈ, ਪਰ ਇਸ ਦੇ ਬਾਵਜੂਦ ਉਸ ਦੇ ਸ਼ੱਕੀ ਕਿਰਦਾਰ ਨੂੰ ਸਾਹਮਣੇ ਰੱਖਦੇ ਹੋਏ ਅਤੇ ਮੁਕੱਦਮੇ ਦੀ ਕਾਰਵਾਈ ਦੇ ਦੌਰਾਨ ਉਸ ਵੱਲੋਂ ਦੋਵਾਂ ਧਿਰਾਂ ਨੂੰ ਲਗਾਤਾਰ ਬਲੈਕਮੇਲ ਕਰਨ ਦੇ ਕੀਤੇ ਯਤਨਾਂ ਨੂੰ ਦੇਖਦਿਆਂ ਉਸ ਦੀ ਹਰ ਗੱਲ ਤੇ ਯਕੀਨ ਕਰਨਾ ਔਖਾ ਹੈ।
ਇਹੋ ਗੱਲ ਕਿੱਕਰ ਸਿੰਘ ਬਾਰੇ ਵੀ ਕਹੀ ਜਾ ਸਕਦੀ ਹੈ। ਪਰ ਕੁਝ ਵੀ ਹੋਵੇ, ਸਾਰੇ ਮਾਮਲੇ 'ਚੋਂ ਹੇਠ ਲਿਖੀਆਂ ਦੋ ਸਚਾਈਆਂ ਬਾਰੇ ਕੋਈ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ। ਇੱਕ ਗੱਲ ਇਹ ਕਿ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਨ ਤੋਂ ਬਾਅਦ ਕਾਫੀ ਦਿਨ ਅਲੱਗ-ਅਲੱਗ ਥਾਣਿਆਂ ਵਿੱਚ ਰੱਖ ਕੇ ਉਸ ਉੱਤੇ ਅੰਨਾ ਤਸ਼ੱਦਦ ਕੀਤਾ ਜਾਂਦਾ ਰਿਹਾ। ਅਜਿਹਾ ਕਰਨ ਪਿੱਛੇ ਵੱਡਾ ਮੰਤਵ ਇਹ ਨਜ਼ਰ ਆਉਂਦਾ ਹੈ ਕਿ ਕਾਤਲ ਉਸ ਨੂੰ ਜਿਸਮਾਨੀ ਤੇ ਮਾਨਸਿਕ ਤਸੀਹੇ ਦੇ ਕੇ ਅਤੇ ਅਖੀਰ ਵਿੱਚ ਮੌਤ ਦਾ ਡਰਾਵਾ ਦੇ ਕੇ ਉਸ ਵੱਲੋਂ ਪੁਲਿਸ ਉੱਤੇ ਲਾਏ ਸੰਗੀਨ ਦੋਸ਼ਾਂ ਨੂੰ ਕਿਸੇ ਤਰੀਕੇ ਵਾਪਸ ਲੈਣ ਲਈ ਜ਼ੋਰ ਲਾਉਂਦੇ ਰਹੇ ਸਨ। ਪਰ ਜਦ ਉਹਨਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹ ਦੋਸ਼ ਵਾਪਸ ਲੈਣ ਲਈ ਰਜ਼ਾਮੰਦ ਨਾ ਹੋਇਆ ਤਾਂ ਉਹਨਾਂ ਨੇ ਗੁੱਸੇ ਤੇ ਹਤਾਸ਼ਪੁਣੇ 'ਚੋਂ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੂਜੀ ਗੱਲ, ਸਾਰੀਆਂ ਗਵਾਹੀਆਂ 'ਚੋਂ ਇਹ ਤੱਥ ਸਾਫ਼ ਉੱਭਰ ਕੇ ਸਾਹਮਣੇ ਆਇਆ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਵੈਸ਼ੀ ਜ਼ਬਰ ਦੇ ਸਨਮੁਖ ਪੂਰੀ ਤਰ੍ਹਾਂ ਅਡੋਲ ਤੇ ਸ਼ਾਂਤ ਚਿੱਤ ਰਿਹਾ ਸੀ। ਉਸਨੇ ਸਿੱਖ ਰਵਾਇਤਾਂ ਦੀ ਪਾਲਣਾ ਕਰਦਿਆਂ ਸਾਰੇ ਜਿਸਮਾਨੀ ਤੇ ਮਾਨਸਿਕ ਕਸ਼ਟਾਂ ਨੂੰ ਸਤਿਗੁਰੂ ਦਾ ਭਾਣਾ ਮੰਨ ਕੇ ਕਬੂਲ ਕੀਤਾ ਅਤੇ ਜਦੋਂ ਕਿਸੇ ਨੇ ਉਸ ਨਾਲ ਹਮਦਰਦੀ ਜਤਾਉਣੀ ਚਾਹੀ ਤਾਂ ਉਹ ਇੱਕੋ ਗੱਲ ਕਹਿੰਦਾ ਰਿਹਾ, ਸਭ ਕੁਝ ਸਤਿਗੁਰੂ ਦੇ ਭਾਣੇ ਵਿੱਚ ਹੀ ਹੋ ਰਿਹਾ ਹੈ। ਉਸਦੇ ਇਸ ਸਿਦਕ ਦੀ ਪੁਸ਼ਟੀ ਉਸਦੇ ਸਮੁੱਚੇ ਸਮਾਜਿਕ ਜੀਵਨ 'ਚੋਂ ਤੇ ਖਾਸ ਕਰਕੇ ਮਈ 1992 ਤੋਂ ਬਾਅਦ ਉਸ ਵੱਲੋਂ ਹਰ ਕਦਮ ਤੇ ਦਿਖਾਈ ਨਿਡਰਤਾ ਤੇ ਬੁਲੰਦ ਹੌਸਲੇ ਤੋਂ ਵੀ ਹੁੰਦੀ ਹੈ। ਜਿਵੇਂ ਕਿ ਪਿੱਛੇ ਦੱਸਿਆ ਜਾ ਚੁੱਕਾ ਹੈ, ਉਹ ਮੌਤ ਦੇ ਭੈ ਤੋਂ ਚਿਰੋਕਣਾ ਮੁਕਤ ਹੋ ਚੁੱਕਾ ਸੀ ਅਤੇ ਲਗਭਗ 3 ਸਾਲਾਂ ਤੋਂ ਤਾਂ ਉਹ ਆਪਣੀ ਸ਼ਹਾਦਤ ਦਾ ਤੀਬਰਤਾ ਨਾਲ ਇੰਤਜ਼ਾਰ ਕਰਦਾ ਆ ਰਿਹਾ ਸੀ। ਇਸ ਕਰਕੇ ਇਹ ਗੱਲ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਸਨੇ ਮੌਤ ਦਾ ਸਾਹਮਣਾ ਪੂਰੇ ਸਿਦਕ ਤੇ ਸੂਰਮਗਤੀ ਨਾਲ ਕੀਤਾ। ਇਹ ਸਚਾਈ ਜਾਂ ਤਾਂ ਵਾਹਿਗੁਰੂ ਜਾਣਦਾ ਹੈ ਅਤੇ ਜਾਂ ਭਾਈ ਖਾਲੜਾ ਦੇ ਕਾਤਲ ਜਾਣਦੇ ਨੇ। ਅਜੇ ਤੱਕ ਕਾਤਲਾਂ 'ਚੋਂ ਕਿਸੇ ਨੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਹਨਾਂ ਵਿੱਚੋਂ 5 ਅਜੇ ਜਿਉਂਦੇ ਨੇ। ਸ਼ਾਇਦ ਕਿਸੇ ਵੇਲੇ ਉਹਨਾਂ 'ਚੋਂ ਕਿਸੇ ਉੱਤੇ ਵਾਹਿਗੁਰੂ ਦੀ ਮਿਹਰ ਹੋ ਜਾਵੇ ਅਤੇ ਉਹਨਾਂ ਅੰਦਰ ਭਾਈ ਜਸਵੰਤ ਸਿੰਘ ਦੇ ਆਖਰੀ ਪਲਾਂ ਬਾਰੇ ਆਪਣੇ ਮੂੰਹੋਂ ਸੱਚ ਬੋਲਣ ਦਾ ਹੌਸਲਾ ਪੈਦਾ ਹੋ ਜਾਵੇ। ਖਾਲਸਾ ਪੰਥ ਉਸ ਸੁਭਾਗੇ ਦਿਨ ਦਾ ਸ਼ਿੱਦਤ ਨਾਲ ਇੰਤਜ਼ਾਰ ਕਰਦਾ ਰਹੇਗਾ। ਮੈਂ ਸ਼ਹੀਦ ਹੋਵਾਂਗਾ, ਤੂੰ ਖੁਦਕੁਸ਼ੀ ਕਰੇਗਾ। ਭਾਈ ਜਸਵੰਤ ਸਿੰਘ ਖਾਲੜਾ ਦੇ ਉਪਰੋਕਤ ਖਾਮੋਸ਼ ਬੋਲ ਉਸ ਵੇਲੇ ਪੂਰੇ ਹੋ ਨਿਬੜੇ ਜਦੋਂ 23 ਮਈ 1997 ਨੂੰ ਅਜੀਤ ਸਿੰਘ ਸੰਧੂ ਨੇ ਵੱਡੇ ਤੜਕੇ ਅੰਬਾਲਾ ਚੰਡੀਗੜ੍ਹ ਰੇਲਵੇ ਪਟੜੀ ਤੇ ਡੇਰਾ ਬਸੀ ਦੇ ਨੇੜੇ ਚੱਲਦੀ ਟ੍ਰੇਨ ਹਿਮਾਲਿਅਨ ਕੁਈਨ ਅੱਗੇ ਛਾਲ ਮਾਰ ਕੇ ਆਪਣੇ ਪਾਪਾਂ ਭਰੇ ਜੀਵਨ ਦੀ ਲੀਲਾ ਸਮਾਪਤ ਕਰ ਦਿੱਤੀ ਸੀ।